ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਲੈਕਚਰ ਵਿੱਚ ਅਸੀਂ 5th ਚੈਪਟਰ ਆਫ NCERT ਜਿਹੜਾ ਕਿ ਕੰਟੀਨਿਊਟੀ ਐਂਡ ਡਿਫਰੈਂਸ਼ੀਏਬਿਲਿਟੀ ਨਾਲ ਰਿਲੇਟਡ ਹੈ ਨੂੰ ਡਿਸਕਸ ਕਰਾਂਗੇ। ਅਸੀਂ ਇਸ ਚੈਪਟਰ ਨੂੰ 3 ਲੈਕਚਰ ਦੇ ਵਿੱਚ ਖਤਮ ਕਰਾਂਗੇ। ਸੋ ਪਹਿਲੇ ਲੈਕਚਰ ਦੇ ਵਿੱਚ ਅਸੀਂ ਇਕੱਲੀ ਕੰਟੀਨਿਊਟੀ ਨੂੰ ਡਿਸਕਸ ਕਰਾਂਗੇ। ਚਲੋ ਜੀ ਸ਼ੁਰੂ ਕਰਦੇ ਹਾਂ। ਐਸ ਪਰ ਦਾ ਸਿਲੇਬਸ ਜਿਹੜਾ ਤੁਹਾਨੂੰ ਸਿਲੇਬਸ ਪ੍ਰੋਵਾਈਡ ਕੀਤਾ ਗਿਆ ਪੰਜਾਬ ਬੋਰਡ ਵੱਲੋਂ, ਤਾਂ ਉਹਦੇ ਵਿੱਚ ਕੰਟੀਨਿਊਟੀ ਐਂਡ ਡਿਫਰੈਂਸ਼ੀਏਬਿਲਿਟੀ ਦੇ ਵਿੱਚ ਆਹ ਟੌਪਿਕ ਦਿੱਤੇ ਹੋਏ ਆ, ਤੁਹਾਡੀ ਸਕਰੀਨ 'ਤੇ ਹੈ। ਅਸੀਂ 1 ਬਾਈ 1 ਇਹ ਸਾਰੇ ਦੇ ਸਾਰੇ ਆਉਣ ਵਾਲੇ 3 ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਤਾਂ ਅੱਜ ਦਾ ਜਿਹੜਾ ਸਾਡਾ ਫੋਕਸ ਹੈ ਸਾਰਾ ਉਹ ਕੰਟੀਨਿਊਟੀ 'ਤੇ ਰਹੇਗਾ। ਟਰਮ 1 ਦੇ ਵਿੱਚ ਇਸ ਚੈਪਟਰ ਦੇ ਵਿੱਚੋਂ ਟੋਟਲ 9 ਕੁਐਸਚਨ ਪੁੱਛੇ ਜਾਣੇ ਆ। ਸੋ ਸਭ ਤੋਂ ਪਹਿਲਾਂ ਕੰਟੀਨਿਊਟੀ ਹੈ। ਕੰਟੀਨਿਊਟੀ ਦੇ ਵਿੱਚ ਵੈਸੇ ਵੀ ਸਾਡਾ ਪੰਜਾਬੀ ਦੇ ਵਿੱਚ ਜੇ ਕੰਟੀਨਿਊਟੀ ਦਾ ਮੀਨਿੰਗ ਦੇਖਣਾ ਹੋਵੇ ਤਾਂ ਉਹ ਹੁੰਦਾ ਲਗਾਤਾਰ। ਤਾਂ ਮੈਥਮੈਟੀਕਲੀ ਕੀ ਹੈ ਵੀ ਅਗਰ ਸਾਡੇ ਕੋਲ ਕੋਈ ਫੰਕਸ਼ਨ ਹੈ, ਅਗਰ ਉਸਦਾ ਗ੍ਰਾਫ ਦੇ ਵਿੱਚ ਕੋਈ ਬ੍ਰੇਕੇਜ ਨਹੀਂ ਹੈਗੀ, ਕਿਤੋਂ ਗ੍ਰਾਫ ਟੁੱਟਿਆ ਨਹੀਂ ਹੋਇਆ, ਤਾਂ ਅਸੀਂ ਕਹਿ ਦਿੰਦੇ ਹਾਂ ਵੀ ਇਹ ਫੰਕਸ਼ਨ ਕੀ ਹੈ, ਕੰਟੀਨਿਊਸ। ਆਫਕੋਰਸ ਸਾਡੇ ਇੱਥੇ ਰੀਅਲ ਵੈਲਿਊਡ ਫੰਕਸ਼ਨਸ ਦੀ ਹੀ ਗੱਲ ਹੋ ਰਹੀ ਹੈ। ਤਾਂ ਇੱਥੇ ਮੀਨਿੰਗ ਆਫ ਕੰਟੀਨਿਊਟੀ ਲਿਖਿਆ ਹੋਇਆ ਤੁਹਾਡੀ ਸਕਰੀਨ ਦੇ ਉੱਪਰ ਵੀ ਐਜ਼ ਐਨ ਆਵਰ day-to-day life we take the meaning of the continuity as regularity or without any lag or without any breakage. So in mathematics we take the same meaning too. If there is no break in the graph of y equal to fx, we say fx is continuous. Suppose करो ਤੁਹਾਡੇ ਕੋਲ एक ग्राफ आ किसी फंक्शन ਦਾ something like this सो ਇਹ ਕੀ ਹੈ, ਕੰਟੀਨਿਊਸ। ਮੈਂ ਟਿਕ ਲਗਾਤੀ ਹੈ। ਅਤੇ ਅਗਰ ਕੋਈ ਹੋਰ ਗ੍ਰਾਫ ਹੈਗਾ, ਜਿਵੇਂ ਸਪੋਜ਼ ਕਰੋ ਸਾਡੇ ਕੋਲ ਗ੍ਰੇਟੈਸਟ ਇੰਟੀਜਰ ਫੰਕਸ਼ਨ ਦਾ ਗ੍ਰਾਫ ਹੁੰਦਾ, ਇਹ ਸਟੈਪਸ ਬਣੇ ਹੋਏ ਆ, ਫੰਕਸ਼ਨ ਬ੍ਰੇਕ ਹੋ ਰਿਹਾ, ਸੋ ਇਹ ਕੰਟੀਨਿਊਸ ਨਹੀਂ ਹੈਗਾ ਗਾ। ਸੋ ਜਦੋਂ ਵੀ ਅਸੀਂ ਕੰਟੀਨਿਊਟੀ ਦੀ ਗੱਲ ਕਰਨੀ ਹੈ, ਡੈਫੀਨੇਸ਼ਨ ਆਫ ਕੰਟੀਨਿਊਟੀ ਦੀ, ਤਾਂ ਸਭ ਤੋਂ ਪਹਿਲਾਂ ਅਸੀਂ ਜਿਹੜਾ ਕੰਟੀਨਿਊਟੀ ਪੁਆਇੰਟ ਦੀ ਗੱਲ ਕਰਾਂਗੇ, ਅਤੇ ਉਸ ਤੋਂ ਬਾਅਦ ਅਸੀਂ ਕੰਟੀਨਿਊਸ ਫੰਕਸ਼ਨ ਦੀ ਗੱਲ ਕਰਾਂਗੇ। ਸੋ ਜਦੋਂ ਕੰਟੀਨਿਊਟੀ ਆਫ ਪੁਆਇੰਟ ਦੀ ਗੱਲ ਕਰਾਂਗੇ, ਜਿਵੇਂ ਸਾਨੂੰ ਇੱਥੇ ਦਿੱਤਾ ਹੋਇਆ ਵੀ ਕੋਈ ਸੀ ਪੁਆਇੰਟ ਆਊਟ ਫੰਕਸ਼ਨ ਦੀ ਡੋਮੇਨ ਨੂੰ ਬਿਲੋਂਗ ਕਰਦਾ, ਤਾਂ ਅਸੀਂ ਉਸ ਫੰਕਸ਼ਨ ਦੀ ਲਿਮਿਟ ਲਵਾਂਗੇ ਵੈਨ ਐਕਸ ਅਪਰੋਚਿਸ ਟੂ ਸੀ। ਅਗਰ ਉਹ ਵੈਲਿਊ ਐਫ ਸੀ ਦੇ ਇਕੁਅਲ ਆ ਜਾਂਦੀ ਹੈ, ਮਤਲਬ ਫੰਕਸ਼ਨ ਦੀ ਉਸ ਪੁਆਇੰਟ ਦੇ ਉੱਤੇ, ਪਰਟੀਕੂਲਰ ਪੁਆਇੰਟ ਦੇ ਉੱਤੇ ਜਿੰਨੀ ਵੈਲਿਊ ਦੇ ਇਕੁਅਲ ਆ ਜਾਂਦੀ ਹੈ, ਤਾਂ ਅਸੀਂ ਕਹਿ ਦਿੰਦੇ ਹਾਂ ਵੀ ਸਾਡਾ ਫੰਕਸ਼ਨ ਕੰਟੀਨਿਊਸ ਹੈ ਉਸ ਪਰਟੀਕੂਲਰ ਪੁਆਇੰਟ 'ਤੇ। ਅੱਛਾ, ਅਗਰ ਸਪੋਜ਼ ਕਰੋ ਵੀ ਕੋਈ ਫੰਕਸ਼ਨ ਆਪਦੀ ਡੋਮੇਨ ਦੇ ਹਰ ਇੱਕ ਪੁਆਇੰਟ ਦੇ ਉੱਤੇ ਹੀ ਕੰਟੀਨਿਊਸ ਹੈ, ਤਾਂ ਅਸੀਂ ਫਿਰ ਗਲੋਬਲ ਨੇਮ ਹੀ ਦੇ ਦਿੰਦੇ ਹਾਂ ਵੀ ਇਹ ਫੰਕਸ਼ਨ ਹੀ ਕੰਟੀਨਿਊਸ ਹੈ ਜੀ, ਜਿਹੜਾ ਮਰਜ਼ੀ ਪੁਆਇੰਟ ਲੈ ਲਓ ਉਹਦੇ 'ਤੇ ਇਹ ਕੰਡੀਸ਼ਨ ਫੁੱਲਫਿਲ ਕਰਦਾ। ਉਸ ਤੋਂ ਬਾਅਦ ਤੀਸਰੀ ਤਰ੍ਹਾਂ ਦੀ ਸਿਚੁਏਸ਼ਨ ਉਦੋਂ ਆਉਂਦੀ ਹੈ ਜਦੋਂ ਅਸੀਂ ਕਿਸੇ ਫੰਕਸ਼ਨ ਨੂੰ ਇੰਟਰਵਲ 'ਤੇ ਲੈਣਾ ਹੁੰਦਾ। ਅਫਕੋਰਸ ਅਸੀਂ ਇੰਟਰਵਲ 2 ਤਰ੍ਹਾਂ ਨਾਲ ਲੈ ਰਹੇ ਹਾਂ, ਓਪਨ ਅਤੇ ਕਲੋਜ਼ਡ। ਜਦੋਂ ਕੋਈ ਫੰਕਸ਼ਨ ਓਪਨ ਇੰਟਰਵਲ 'ਤੇ ਹੈ ਤਾਂ ਇਹਦਾ ਮਤਲਬ ਹੈ ਵੀ ਉਹਦੇ ਵਿੱਚੋਂ ਜਿਹੜਾ ਮਰਜ਼ੀ ਆਰਬਿਟਰੀ ਪੁਆਇੰਟ ਲੈ ਲਓ ਤਾਂ ਉਹਦੇ 'ਤੇ ਕੰਟੀਨਿਊਸ ਹੋਣਾ ਚਾਹੀਦਾ। ਮਤਲਬ ਜੇ ਮੈਂ ਲਿਖਾਂ ਤਾਂ ਲਿਮਿਟ ਐਕਸ ਅਪਰੋਚਿਸ ਟੂ ਸੀ fx equal to fc for every c belongs to open interval ab। ਤਾਂ ਹੁਣ ਜਦੋਂ ਤੁਸੀਂ ਕਲੋਜ਼ਡ ਇੰਟਰਵਲ ab ਦੀ ਗੱਲ ਕਰਦੇ ਹੋ ਤਾਂ ਇਹਦੇ ਵਿੱਚ ਇੱਕ ਤਾਂ ਓਪਨ ਇੰਟਰਵਲ ab ਹੁੰਦਾ, ਇੱਕ 2 ਐਂਡ ਪੁਆਇੰਟ ਆ ਜਾਂਦੇ, ਲੈਫਟ ਐਂਡ ਪੁਆਇੰਟ ਤੇ ਰਾਈਟ ਐਂਡ ਪੁਆਇੰਟ। ਜੇ ਇੱਦਾਂ ਲਈਏ, ਸੋ ਇਹਦੇ ਇਸ ਸਾਈਡ 'ਤੇ ਪੁਆਇੰਟ ਹੈ ਨਹੀਂ, ਇਹਦੇ ਇਸ ਸਾਈਡ 'ਤੇ ਹੈ ਨਹੀਂ, ਸੋ ਏ ਦੀ ਰਾਈਟ ਸਾਈਡ 'ਤੇ ਪੁਆਇੰਟ ਲੈਣੇ ਹੁੰਦੇ ਆ, ਬੀ ਦੀ ਲੈਫਟ ਸਾਈਡ 'ਤੇ ਲੈਣੇ ਹੁੰਦੇ ਆ। ਸੋ ਅਗਰ ਕੋਈ ਫੰਕਸ਼ਨ ਕਿਸੇ ਫੰਕਸ਼ਨ ਦੀ ਕੰਟੀਨਿਊਟੀ ਕਲੋਜ਼ਡ ਇੰਟਰਵਲ 'ਤੇ ਚੈੱਕ ਕਰਨੀ ਪੈਂਦੀ ਹੈ ਤਾਂ ਉਹਦੇ ਲਈ 3 ਕੰਡੀਸ਼ਨ ਸੈਟਿਸਫਾਈ ਹੋਣੀਆਂ ਚਾਹੀਦੀਆਂ। ਇੱਕ ਤਾਂ ਓਪਨ ਇੰਟਰਵਲ 'ਤੇ ਕੰਟੀਨਿਊਸ ਹੋਣਾ ਚਾਹੀਦਾ, ਇਹ ਵਾਲੇ ਜਿਹੜਾ ਇਹ ਪੁਆਇੰਟ ਆ ਸਾਡਾ, ਇਹਦੇ 'ਤੇ ਰਾਈਟ ਕੰਟੀਨਿਊਸ ਹੋਣਾ ਚਾਹੀਦਾ, ਦੂਸਰੇ 'ਤੇ ਲੈਫਟ ਕੰਟੀਨਿਊਸ ਹੋਣਾ ਚਾਹੀਦਾ, ਫਿਰ ਵੀ ਉਹਦੇ ਵਿੱਚ ਰਹੇਗਾ। ਸੋ ਹੁਣ ਥੋੜ੍ਹੀ ਜਿਹੀ ਦੇਖੀਏ ਡੈਫੀਨੇਸ਼ਨ ਦੇ ਵਿੱਚ ਕੀ ਹੈ। ਸਾਡੇ ਕੋਲ ਕੋਈ ਇੱਦਾਂ ਹੁੰਦਾ, ਲਿਮਿਟ ਐਕਸ ਅਪਰੋਚਿਸ ਟੂ ਸੀ, ਅਗਰ ਕੋਈ ਫੰਕਸ਼ਨ ਕੰਟੀਨਿਊਸ ਹੈਗਾ ਤਾਂ ਉਹਨੇ ਆਹ ਵਾਲੀ ਕੰਡੀਸ਼ਨ ਫੁੱਲਫਿਲ ਕਰਨੀ ਹੈ। ਸੋ ਕਈ ਵਾਰ ਫੰਕਸ਼ਨ ਤੁਹਾਨੂੰ ਪੀਸ ਵਾਈਜ਼ ਡਿਫਾਈਨ ਕਰਕੇ ਦਿੱਤਾ ਹੁੰਦਾ। ਪੀਸ ਵਾਈਜ਼ ਸਮਝਦੇ ਹੋ? ਪੀਸ ਵਾਈਜ਼ ਦਾ ਮਤਲਬ ਇੱਦਾਂ ਦਾ ਫੰਕਸ਼ਨ ਵੀ ਸਪੋਜ਼ ਕਰੋ ਐਕਸ ਸਕੁਏਅਰ ਇਫ ਐਕਸ ਲੈਸ ਦੈਨ 2, 2x ਇਫ ਐਕਸ ਗ੍ਰੇਟਰ ਦੈਨ 2। ਮਤਲਬ 2 ਤੋਂ ਪਹਿਲਾਂ ਫੰਕਸ਼ਨ ਹੋਰ ਤਰ੍ਹਾਂ ਡਿਫਾਈਨ ਕੀਤਾ, 2 ਤੋਂ ਬਾਅਦ ਹੋਰ ਤਰ੍ਹਾਂ ਨਾਲ ਕੀਤਾ ਹੋਇਆ। ਸੋ ਉਸ ਕੇਸ ਦੇ ਵਿੱਚ ਸਾਨੂੰ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਲੈਣੀ ਹੁੰਦੀ ਹੈ। ਸੋ ਅਗਰ ਕੋਈ ਫੰਕਸ਼ਨ ਕੰਟੀਨਿਊਸ ਆ ਤਾਂ 3 ਚੀਜ਼ਾਂ ਬਰਾਬਰ ਹੋਣਗੀਆਂ, ਲੈਫਟ ਹੈਂਡ ਲਿਮਿਟ, ਰਾਈਟ ਹੈਂਡ ਲਿਮਿਟ ਐਂਡ FC। ਇਹਨੂੰ ਨਾ ਲੈਫਟ ਹੈਂਡ ਲਿਮਿਟ ਨੂੰ ਇੱਦਾਂ ਵੀ ਲਿਖ ਦਿੰਦੇ ਆ, ਅਤੇ ਰਾਈਟ ਹੈਂਡ ਲਿਮਿਟ ਨੂੰ ਫੰਕਸ਼ਨ ਦੀ ਨੂੰ ਕਿਸੇ ਨੂੰ ਇੱਦਾਂ ਵੀ ਲਿਖ ਦਿੰਦੇ ਆ, ਅਤੇ ਇੱਥੇ ਇਹਦੀ ਵੈਲਿਊ ਹੋ ਗਈ।
अगर ये तिन्ने चीज़ां बराबर ने तो असी कह देवांगे भी साडा फंक्शन कंटीन्यूज़ है। अगर इन्हां तिन्नां दे विचों कोई भी चीज़ वायलेट हो जाती है तो असी कह दिंदे भी साडा फंक्शन कंटीन्यूज़ नहीं हैगा गा। सो अगर कोई भी कंडीशन वायलेट होगी तो इसका मतलब फंक्शन साडा कंटीन्यूज़ नहीं रहा तो असी फिर वो कीवर्ड लैके आवांगे भी ये फंक्शन डिसकंटीन्यूज़ है। तो जेड़े पॉइंट के उत्ते फंक्शन डिसकंटीन्यूज़ है तो असी उसनूं बोलते हैं पॉइंट ऑफ डिसकंटीन्यूटी, पॉइंट ऑफ डिसकंटीन्यूटी। तो एक्चुअल की है भी अगर किसी फंक्शन ने कंटीन्यूज़ होना तो उन्होंने अपनी डोमेन के हर एक पॉइंट पर कंटीन्यूज़ होना पैना है। पर जे वो उल्ट कंटीन्यूटी वाली प्रॉपर्टी ने डिस्ट्रॉय करना तो सानू एक सिंगल पॉइंट ही इनफ है। अगर एक कोई पॉइंट मिल गया तो असी कह देंगे भी फंक्शन डिसकंटीन्यूज़ है। तो ए फंक्शन विच इज़ डिसकंटीन्यूज़ इवन एट ए सिंगल पॉइंट ऑफ एन इंटरवल इज सेड टू बी डिसकंटीन्यूज़ इन द होल इंटरवल। सो उस तो बाद जिमें आप पहले डिस्कस करके आए हैं भी तीन साढ़े कोल चीज़ां हैगियां भी साड़ी लैफ्ट हैंड लिमिट है, राइट हैंड लिमिट है एंड वैल्यू है फंक्शन की उस पॉइंट के उत्ते। अगर तिन्हों के एक भी कंडीशन वायलेट हो जाती है तो साडा फंक्शन डिसकंटीन्यूज़ हो जाता। इसे बेस पर किहड़ी कंडीशन कदों वायलेट होंदी है तो वह वायलेट होंदी है तो वो बेस पर असीं काइंड्स ऑफ डिसकंटीन्यूटी डिस्कस करांगे। सो मेजरली इत्थे तीन तरह दी टाइप सी तुहाडी +2 के हिसाब नाल दित्तियां होईयां। वैसे तो बहुत सारा अगों खलारा पै जाता है बट मैं तुहानूं तुहाडी क्लास के अकॉर्डिंगली ही दसूँगा भी इहदियां टाइप्स किदां हैगियां। सो आप एक नैक्सट पेज पर मूव करते हैं। सो जो तुसीं डिसकंटीन्यूटी नूं डिस्कस करना है तो मेजरली आप इन्हूं दो हिस्सों वंड लैंदे हैं। वन इज़ रिमूवेबल एंड अदर वन इज़ नॉन रिमूवेबल। सो पहला रिमूवेबल की गल करते हैं। रिमूवेबल क्यों है? रिमूवेबल इस करके क्योंकि ये असी फंक्शन डिसकंटीन्यूटी रिमूव कर सकते हैं बाय सर्टन चेंजेस। तो ये की होंगे भी तुहाडे कोल लिमिट एक्स अप्रोच टू सी एफ एक्स एग्जिस्ट करती होंगी है बट नॉट इक्वल टू द एफ सी। हुण ये भी कोई दो कारण हो जाते हैं। कई बार की होंगे भी जिहड़ा एफ सी वो डिफाइन ही नहीं होंदा, इज़ नॉट डिफाइंड एंड समटाइम्स डिफाइन तो होंदा बट वो इक्वल नहीं होंदा ये फंक्शन दे। मैं पहले ही कहा भी इक्वल नहीं हैगा। एफ सी इज़ डिफाइंड। सो ये अगर नहीं डिफाइन हैगा तो इनू वैसे ਇਹਦਾ नाम ਇਹਦੇ ਲਈ ਹੁੰਦਾ मिसिंग पॉइंट डिसकंटीन्यूटी। तो ये एक नाम रखा होंगे जो तुहाडा आइसोलेटेड पॉइंट, मतलब ये वैल्यू डिफरेंट है तो आइसोलेटेड पॉइंट डिसकंटीन्यूटी। वैसे इन्हूं इन्ना डिस्कस करने की लोड़ नहीं हैगी, तुसीं बस रिमूवेबल याद कर लो। मैं एग्जाम्पल दे देना तुहानूं। अगर सपोज करो एक एफ एक्स फंक्शन है साढ़े कोल, फंक्शन हैगा सॉरी x² -4 x -2 x नॉट इक्वल टू 2 एंड दी वैल्यू 5 इफ x इक्वल टू 2। हुण तुसीं अगर दी लिमिट करोगे सॉल्व कितनी बारी आप की है, सो दैट विल बी 4 विच इज़ नॉट इक्वल टू द f2। सो की है भी ये तुहाडा फंक्शन जिहड़ा हैगा ये साडी आइसोलेटेड पॉइंट डिसकंटीन्यूटी है क्योंकि डिफरेंटली डिफाइन किया होया। बट इनू असी अगर S5 नूं असी चेंज करके 4 कर दिए, मतलब यदी वैल्यू रीडिफाइन कर दी है, मतलब फंक्शन को असी रीडिफाइन किदा करता। हुण असी फंक्शन को रीडिफाइन इदा करता x² -4 बाय x -2 x नॉट इक्वल टू 2। पहले जो 5 सीगा उन्होंने 4 कर दिए तो ये फंक्शन की हो गया हुण कंटीन्यूस हो गया। सो ये मतलब जी डिसकंटीन्यूटी सीगी वो रिमूव हो गई है तो इस करके इनू रिमूवेबल डिसकंटीन्यूटी असी कह दें। सो होपफुली थोड़ा समझ लग गया होना। हम इसनूं रेज करते हैं, थोड़ा जहा जगह घट है। हाँ जी, नैक्सट आओ जी। उस तो बाद नॉन रिमूवेबल दे विच असी फिर इहदियां दो करांगे, दो टाइप्स करांगे। सो इहदे विच किहड़ी है, एक है डिसकंटीन्यूटी ऑफ फस्ट काइंड।
ਇਹਦੇ ਵਿੱਚ ਕੀ ਹੁੰਦਾ ਵੀ ਤੁਹਾਡੇ ਕੋਲ ਲੈਫਟ ਹੈਂਡ ਲਿਮਟ ਤੇ ਰਾਈਟ ਹੈਂਡ ਲਿਮਟ ਬੋਥ ਐਗजिस्टस ਦੋਵੇਂ ਐਗजिस्ट ਕਰਦੀਆਂ ਬਟ ਨਾਟ ਇਕੁਅਲ ਲੈਫਟ ਹੈਂਡ ਨਾਟ ਰਾਈਟ ਹੈਂਡ ਲਿਮਟ ਠੀਕ ਹੈ ਦੋਨੇ ਐਗजिस्ट ਨਹੀਂ ਕਰਦੀਆਂ ਅਤੇ ਇਹਦੇ ਗ੍ਰਾਫ ਦੇ ਵਿੱਚ ਇੱਕ ਜੰਪ ਆ ਜਾਂਦਾ ਇਸ ਕਰਕੇ ਇਹਦਾ ਜਿਹੜਾ ਅਦਰ ਅਲਟਰਨੇਟਿਵ ਨਾਮ ਕੀ ਹੈਗਾ ਉਹ ਹੈਗਾ ਜੰਪ ਡਿਸਕੰਟੀਨਿਊਟੀ ਜੰਪ ਡਿਸਕੰਟੀਨਿਊਟੀ ਸੋ ਇਹਦੀ ਐਗਜ਼ਾਮਪਲ ਲੈਣੀ ਹੋਵੇ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਇਹਦੀ f(x) is equal to mod x by x not equal to 0 ਇੱਥੇ ਸਪੋਜ਼ ਕਰੋ 1x equal to 0 ਸੋ ਹੁਣ ਤੁਹਾਨੂੰ ਯਾਦ ਹੋਣਾ mod x ਦੀ ਡੈਫੀਨੇਸ਼ਨ ਕੀ ਹੁੰਦੀ ਹੈ mod x ਦੀ ਡੈਫੀਨੇਸ਼ਨ ਹੁੰਦੀ ਹੈ ਇੱਥੇ ਸਾਈਡ 'ਤੇ ਲਿਖ ਲਓ ਕਿੰਨੀਆਂ ਡੈਫੀਨੇਸ਼ਨ ਹੁੰਦੀਆਂ ਚਲੋ ਆਹ ਲਿਖ ਲੈਂਦੇ ਹਾਂ ਇਫ x greater than equal to 0 minus x if x less than 0 ਸੋ ਤੁਸੀਂ ਇਹਦੀ ਅਗਰ ਲੈਫਟ ਲਿਮਿਟ ਲਾਓਗੇ 0 ਤੇ ਤਾਂ ਉਹਨੇ ਬਣ ਜਾਣਾ -x/x ਇੱਥੇ ਅਫਕੋਰਸ ਲਿਮਿਟ ਲਿਖ ਲਓ ਤਾਂ ਇਹ ਹੋ ਗਿਆ -1 ਅਤੇ ਸਿਮਿਲਰਲੀ ਜਿਹੜੀ ਇਹਦੀ ਰਾਈਟ ਹੈਂਡ ਲਿਮਿਟ ਹੈ ਉਹ 1 ਆ ਗਈ ਸੋ ਦੋਨੇ ਐਗजिस्ट ਕਰਦੀਆਂ ਬਟ ਇਕੁਅਲ ਨਹੀਂ ਹੈਗੀਆਂ ਤਾਂ ਜਦੋਂ ਇਕੁਅਲ ਨਹੀਂ ਹੈਗੀਆਂ ਤਾਂ ਇਹ ਡਿਸਕੰਟੀਨਿਊਟੀ ਆਫ ਫਸਟ ਕਾਈਂਡ ਅਤੇ ਕਈ ਵਾਰੀ ਸਾਨੂੰ ਪੁੱਛ ਲੈਂਦਾ ਵੀ ਜੰਪ ਆਫ ਕੰਟੀਨਿਊਟੀ ਕਿੰਨਾ ਹੁੰਦਾ ਤਾਂ ਉਹ ਹੁੰਦਾ ਵੀ ਰਾਈਟ ਹੈਂਡ ਲਿਮਿਟ ਮਾਈਨਸ ਲੈਫਟ ਹੈਂਡ ਲਿਮਿਟ ਦੋਵਾਂ ਦਾ ਡਿਫਰੈਂਸ ਮੋਡੂਲਸ ਲੈ ਕੇ ਸੋ -1 -1 ਸੋ -2 ਮੋਡੂਲਸ ਸੋ ਇਸ ਕੁਐਸਚਨ ਦੇ ਵਿੱਚ ਜਿਹੜਾ ਜੰਪ ਆਫ ਡਿਸਕੰਟੀਨਿਊਟੀ ਹੈ ਉਹ ਕਿੰਨਾ ਹੈਗਾ ਜੰਪ ਸਾਈਜ਼ ਕਿੰਨਾ ਸੋ ਜੰਪ ਸਾਈਜ਼ ਕਿੰਨਾ ਹੋ ਗਿਆ 2 ਹੋ ਗਿਆ ਸੋ ਡਿਸਕੰਟੀਨਿਊਟੀ ਆਫ ਫਸਟ ਕਾਈਂਡ ਦੇ ਵਿੱਚ ਕੀ ਹੁੰਦਾ ਲੈਫਟ ਹੈਂਡ ਲਿਮਿਟ ਐਗजिस्ट ਕਰਦੀ ਹੁੰਦੀ ਹੈ ਰਾਈਟ ਵੀ ਕਰਦੀ ਹੁੰਦੀ ਹੈ ਬਟ ਦੋਨੇ ਇਕੁਅਲ ਨਹੀਂ ਹੁੰਦੀਆਂ ਸੋ ਡਿਸਕੰਟੀਨਿਊਟੀ ਆਫ ਫਸਟ ਕਾਈਂਡ ਅਦਰ ਨੇਮ ਇਜ਼ ਜੰਪ ਡਿਸਕੰਟੀਨਿਊਟੀ ਅਤੇ ਤੀਸਰਾ ਇਹਦੇ ਵਿੱਚ ਪੁੱਛ ਲੈਂਦੇ ਆ ਇੱਕ ਜੰਪ ਸਾਈਜ਼ ਉਸ ਤੋਂ ਬਾਅਦ ਹੈ ਜੀ ਨੈਕਸਟ ਜਿਹੜੀ ਸਾਡੀ ਤੀਸਰੀ ਟਾਈਪ ਹੈ ਨੋਨ ਰਿਮੂਵੇਬਲ ਦੇ ਵਿੱਚ discontinuity of a second kind ਉਹਦੇ ਵਿੱਚ ਹੈ ਨੋਨ ਰਿਮੂਵੇਬਲ ਦੇ ਵਿੱਚ ਸੈਕੰਡ ਹੈ discontinuity of second kind ਇਹਦੇ ਵਿੱਚ left hand limit or right hand limit or both does not exist ਸੋ ਇਹ ਦੋਨੇ ਹੀ ਐਗजिस्ट ਨਹੀਂ ਕਰਦੀਆਂ ਜਾਂ ਤਾਂ ਲੈਫਟ ਨਹੀਂ ਕਰਦੀ ਜਾਂ ਰਾਈਟ ਨਹੀਂ ਕਰਦੀ ਜਾਂ ਦੋਨੇ ਨਹੀਂ ਕਰਦੀਆਂ ਕਈ ਬੁੱਕਸ ਇੱਦਾਂ ਲਿਖ ਦਿੰਦੇ ਅਗਰ ਦੋਨੇ ਹੀ ਨਹੀਂ ਕਰਦੀਆਂ ਤਾਂ ਵੀ ਕੀ ਆ ਉਹ ਡਿਸਕੰਟੀਨਿਊਟੀ ਆਫ ਸੈਕੰਡ ਕਾਈਂਡ ਹੈ ਬਟ ਅਗਰ ਦੋਵਾਂ ਦੇ ਵਿੱਚੋਂ ਇੱਕ ਵੀ ਐਗजिस्ट ਨਹੀਂ ਕਰਦੀ ਤਾਂ ਵੀ ਡਿਸਕੰਟੀਨਿਊਟੀ ਆਫ ਸੈਕੰਡ ਕਾਈਂਡ ਹੈ ਸਪੋਜ਼ ਕਰੋ ਤੁਹਾਡੇ ਕੋਲ ਇੱਦਾਂ ਆਹ 1/x ਲਾਉਂਗੇ ਤਾਂ ਇਹਨੇ ਪਲੱਸ ਇਨਫਿਨਿਟੀ ਆ ਜਾਣਾ ਸੋ ਲਿਮਿਟ x ਅਪਰੋਚਸ ਟੂ 0 ਲੈਫਟ ਲਿਮਿਟ ਲਓਗੇ ਮਾਈਨਸ ਇਨਫਿਨਿਟੀ ਆ ਜਾਣਾ ਸੋ ਇਹ ਤੁਹਾਡੀ ਕਿਹੜੀ ਟਾਈਪ ਹੋ ਗਈ ਜੀ ਇਹ ਸੈਕੰਡ ਕਾਈਂਡ ਹੋ ਗਈ ਦੋਨੇ ਐਗजिस्ट ਨਹੀਂ ਕਰਦੀਆਂ ਅੱਛਾ ਇੱਕ ਹੋਰ ਹੁੰਦਾ ਇਹਦੇ ਵਿੱਚ ਅਗਰ ਤੁਹਾਡੀ ਲੈਫਟ ਹੈਂਡ ਲਿਮਿਟ ਜਾਂ ਰਾਈਟ ਹੈਂਡ ਲਿਮਿਟ ਦੇ ਵਿੱਚੋਂ ਕੋਈ ਵੀ ਆਹ ਪਲੱਸ ਇਨਫਿਨਿਟੀ ਜਾਂ ਮਾਈਨਸ ਇਨਫਿਨਿਟੀ ਆ ਜਾਏ ਤਾਂ ਇਹਨੂੰ ਅਸੀਂ ਇਨਫਾਈਨਿਟ ਡਿਸਕੰਟੀਨਿਊਟੀ ਵੀ ਬੋਲ ਦਿੰਦੇ ਹਾਂ ਠੀਕ ਹੈ ਜੀ ਇਸ ਤੋਂ ਬਿਨਾਂ ਇੱਕ ਚੌਥੀ ਟਾਈਪ ਵੀ ਡਿਸਕਸ ਕਰ ਲੈਂਦੇ ਆ ਉਹਨੂੰ ਫੋਰਥ ਟਾਈਪ ਕਹਿ ਦਿੰਦੇ ਆ ਬੜੀ ਰੇਅਰ ਆ ਉਹ ਹੈ ਐਸੈਂਸ਼ੀਅਲ ਡਿਸਕੰਟੀਨਿਊਟੀ ਤਾਂ ਉਹਦੇ ਵਿੱਚ ਕੀ ਹੁੰਦਾ ਵੀ ਲੈਫਟ ਲਿਮਿਟ ਵੀ ਨਹੀਂ ਐਗजिस्ट ਕਰਦੀ ਹੁੰਦੀ ਅਤੇ ਰਾਈਟ ਵੀ ਨਹੀਂ ਕਰਦੀ ਹੁੰਦੀ ਬਟ ਉਹ ਇਨਫਿਨਿਟੀ ਵੀ ਨਹੀਂ ਹੁੰਦੀ ਪਲੱਸ ਮਾਈਨਸ ਇਨਫਿਨਿਟੀ ਵੀ ਨਹੀਂ ਹੁੰਦੀ ਤਾਂ ਉਹਦੀ ਪਰਫੈਕਟ ਐਗਜ਼ਾਮਪਲ ਆ sin 1/x ਕਿਉਂਕਿ ਇਹ ਤਾਂ ਬਾਉਂਡਡ ਫੰਕਸ਼ਨ ਹੈ ਇਹਦੀ ਵੈਲਿਊ ਤਾਂ ਓਸੀਲੇਟ ਕਰਨੀ ਹੈ -1 ਦੇ 1 ਦੇ ਵਿਚਕਾਰ ਸੋ ਇਹਦੇ ਵਿੱਚ ਜਿਹੜੀ ਡਿਸਕੰਟੀਨਿਊਟੀ ਆਉਂਦੀ ਹੈ ਬੜੀ ਰੇਅਰ ਬਹੁਤ ਘੱਟ ਪੁੱਛਦੇ ਆ ਇਹ ਐਸੈਂਸ਼ੀਅਲ ਡਿਸਕੰਟੀਨਿਊਟੀ ਸੋ ਹੁਣ ਆਪਣਾ ਉਹਦੇ ਫਸਟ ਪੇਜ 'ਤੇ ਵਾਪਸ ਜਾਈਏ ਸੋ ਰਿਮੂਵੇਬਲ ਦੇ ਵਿੱਚ ਰਿਮੂਵੇਬਲ ਡਿਸਕੰਟੀਨਿਊਟੀ ਦੇ ਵਿੱਚ ਦੋ ਤਰ੍ਹਾਂ ਦੀਆਂ ਹੁੰਦੀਆਂ ਮਿਸਿੰਗ ਪੁਆਇੰਟ ਅਤੇ ਆਈਸੋਲੇਟਡ ਪਰ ਤੁਸੀਂ ਰਿਮੂਵੇਬਲ ਹੀ ਯਾਦ ਰੱਖਣਾ ਡਿਸਕੰਟੀਨਿਊਟੀ ਆਫ ਫਸਟ ਕਾਈਂਡ ਦੇ ਵਿੱਚ ਅਤੇ ਜੰਪ ਡਿਸਕੰਟੀਨਿਊਟੀ ਸੇਮ ਹੈ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਮੋਟਾ ਯਾਦ ਕਰ ਲਓ ਫਿਰ ਇੱਕ ਵਾਰੀ ਵੀ ਤੁਹਾਡੀ ਐਗजिस्ट ਕਰਦੀ ਹੈ ਬਟ ਨਾਟ ਇਕੁਅਲ ਟੂ FC ਉਹ ਤੁਹਾਡਾ ਇਹਦੇ ਵਿੱਚ ਹੈ ਤਾਂ ਡਿਸਕੰਟੀਨਿਊਟੀ ਵਿੱਚ ਕੀ ਹੈ ਵੀ ਲੈਫਟ ਹੈਂਡ ਲਿਮਿਟ ਐਗजिस्ट ਕਰਦੀ ਹੈ ਰਾਈਟ ਹੈਂਡ ਲਿਮਿਟ ਵੀ ਐਗजिस्ट ਕਰਦੀ ਹੈ ਦੋਨੇ ਇਕੁਅਲ ਨਹੀਂ ਹੈਗੀਆਂ ਤਾਂ ਇਹਦੇ ਲਈ ਆਪਾਂ ਦੂਸਰਾ ਨਾਂ ਕੀ ਰੱਖਿਆ ਸੀਗਾ ਜੰਪ ਡਿਸਕੰਟੀਨਿਊਟੀ ਤਾਂ ਡਿਸਕੰਟੀਨਿਊਟੀ ਸੈਕੰਡ ਕਾਈਂਡ ਦੇ ਵਿੱਚ ਕੀ ਹੈ ਵੀ ਲੈਫਟ ਹੈਂਡ ਲਿਮਿਟ ਅਤੇ ਰਾਈਟ ਹੈਂਡ ਲਿਮਿਟ ਡਸ ਨਾਟ ਐਗजिस्ट ਹੈ ਨਾ ਅਤੇ ਅਗਰ ਉਹ ਪਲੱਸ ਮਾਈਨਸ ਇਨਫਿਨਿਟੀ ਆ ਜਾਂਦੇ ਆ ਤਾਂ ਉਸ ਨੂੰ ਇਨਫਾਈਨਾਈਟ ਡਿਸਕੰਟੀਨਿਊਟੀ ਵੀ ਕਹਿ ਦਿੰਦੇ ਹਾਂ
ਚਲੋ ਜੀ, ਹੋਪਫੁਲੀ ਤੁਹਾਨੂੰ ਇਹ ਸਾਰੀਆਂ ਟਾਈਪਸ ਸਮਝ ਲੱਗ ਗਈਆਂ ਹੋਣਗੀਆਂ। ਤਾਂ ਹੁਣ ਉਸ ਤੋਂ ਬਾਅਦ ਅਸੀਂ ਹੁਣ ਇਹਦੇ ਕੁਝ MCQs ਨੇ, ਬੜੇ ਇੰਪੋਰਟੈਂਟ ਹੈ, ਅਸੀਂ ਉਹ ਡਿਸਕਸ ਕਰਾਂਗੇ 1 by 1। ਸੋ ਸਭ ਤੋਂ ਪਹਿਲਾਂ ਵੀ ਐਵਰੀ ਕੌਂਸਟੈਂਟ ਫੰਕਸ਼ਨ ਇਜ਼ ਕੰਟੀਨਿਊਸ। ਆਫ ਕੋਰਸ ਐਵਰੀ ਕੌਂਸਟੈਂਟ ਫੰਕਸ਼ਨ ਇਜ਼ ਕੰਟੀਨਿਊਸ। ਤੁਹਾਡੇ ਕੋਲ ਕੋਈ ਵੀ ਤੁਸੀਂ ਕੌਂਸਟੈਂਟ ਫੰਕਸ਼ਨ ਲਾਓਗੇ ਤਾਂ ਮੰਨ ਲਓ ਕਿ ਕੌਂਸਟੈਂਟ ਫੰਕਸ਼ਨ ਹੈ ਵੀ ਸਪੋਜ਼ ਕਰੋ ਵੀ f(x) ਹਮੇਸ਼ਾ ਹੀ ਉਹਦੀ ਵੈਲਿਊ ਲੈਮਡਾ ਆ ਰਹੀ ਹੈ, ਤਾਂ ਤੁਸੀਂ ਕੋਈ C ਪੁਆਇੰਟ ਹੈਗਾ x=c, ਜਿਹੜਾ ਸਪੋਜ਼ ਕਰੋ ਵੀ ਡੋਮੇਨ ਆਫ ਫੰਕਸ਼ਨ ਨੂੰ ਬਿਲੋਂਗ ਕਰਦਾ, ਤਾਂ ਤੁਸੀਂ ਉਹਦੇ 'ਤੇ ਲਿਮਿਟ ਲਾਓਗੇ x ਅਪਰੋਚ ਟੂ c f(x). ਸੋ ਇਹਨੇ ਤਾਂ ਰਹਿਣਾ ਹੀ ਉਹ ਸੀਗਾ x ਲੈਮਡਾ ਹੀ ਰਹਿਣਾ, c ਤੋਂ ਇਹ ਲੈਮਡਾ ਹੀ ਆ ਗਿਆ, ਅਤੇ ਉਸ c 'ਤੇ ਵੀ ਲੈਮਡਾ ਆ ਗਿਆ। ਸੋ ਐਵਰੀ ਕੌਂਸਟੈਂਟ ਫੰਕਸ਼ਨ ਇਜ਼ ਕੰਟੀਨਿਊਸ, ਇਹ ਗੱਲ ਟਰੂ ਹੈ। ਸੋ ਮੋਡੂਲਸ x ਇਜ਼ ਕੰਟੀਨਿਊਸ ਐਟ x=0। ਹੁਣ ਤੁਸੀਂ ਇਹ ਦੇਖੋਗੇ ਵੀ ਜਿਹੜਾ ਮੋਡ x ਵਾਲਾ ਫੰਕਸ਼ਨ ਹੁੰਦਾ ਇਹ ਦੋ ਤਰ੍ਹਾਂ ਨਾਲ ਹੋ ਜਾਂਦਾ ਹੈ, x if x>0 -x if x<0। ਸੋ ਅਗਰ ਤੁਸੀਂ ਇਹਦਾ ਗ੍ਰਾਫ ਬਣਾਓਗੇ ਤਾਂ ਇਹਦਾ ਗ੍ਰਾਫ ਇੱਦਾਂ ਬਣਨਾ, ਆ y=x ਇੱਧਰ ਨੂੰ ਅਤੇ y=-x, ਇਹਦਾ ਗ੍ਰਾਫ ਕਿਤੇ ਵੀ ਨਹੀਂ ਟੁੱਟਦਾ। ਸੋ ਇਹ ਵੀ ਕੰਟੀਨਿਊਸ ਹੁੰਦਾ। ਇੱਥੇ ਮੈਂ ਵਾਰ-ਵਾਰ ਦੱਸਦਾ ਹੁੰਦਾ, ਇੱਥੇ ਕਿਹੜਾ ਪੁਆਇੰਟ ਬਣਦਾ, ਸ਼ਾਰਪ ਕਾਰਨਰ ਪੁਆਇੰਟ ਬਣਦਾ ਹੁੰਦਾ। ਸੋ ਇਹ ਬਹੁਤ ਇੰਪੋਰਟੈਂਟ ਹੈ, ਇਹ ਪੇਪਰ 'ਚ ਪੁੱਛਿਆ ਜਾ ਸਕਦਾ ਵੀ ਇਹ ਕੰਟੀਨਿਊਸ ਹੁੰਦਾ ਪਰ ਡਿਫਰੈਂਸ਼ੀਏਬਲ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ, ਉਹ ਨੈਕਸਟ ਲੈਕਚਰ ਵਿੱਚ ਦੱਸਾਂਗੇ। ਸੋ ਐਵਰੀ ਕੌਂਸਟੈਂਟ ਫੰਕਸ਼ਨ ਇਜ਼ ਕੰਟੀਨਿਊਸ, ਟਰੂ ਹੈ। ਮੋਡੂਲਸ ਜਿਹੜਾ ਫੰਕਸ਼ਨ ਐਬਸੋਲੂਟ ਵੈਲਿਊ ਵਾਲਾ ਇਹ ਵੀ ਕੰਟੀਨਿਊਸ। ਐਵਰੀ ਆਇਡੈਂਟੀਟੀ ਫੰਕਸ਼ਨ ਇਜ਼ ਕੰਟੀਨਿਊਸ। ਸੋ ਆਲ ਆਰ ਕਰੈਕਟ। ਇਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਆਪਸ਼ਨਸ ਹੀ ਕੀ ਹੈ, ਸਹੀ ਨੇ। ਉਸ ਤੋਂ ਬਾਅਦ ਜਦੋਂ ਤੁਹਾਨੂੰ ਇਹਦੇ ਵਿੱਚ ਜਦੋਂ MCQ ਆਉਣਗੇ ਬੇਟਾ, ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ, ਜਦੋਂ ਤੁਹਾਨੂੰ ਐਗਜ਼ਾਮੀਨਰ ਨੇ ਇੱਥੇ ਕੰਟੀਨਿਊਸ ਵਰਡ ਦੇਤਾ, ਇਹਦਾ ਮਤਲਬ ਕੀ ਹੈ ਵੀ ਉਹਦੀ ਲਿਮਿਟ ਹੈ ਜਿਹੜੀ ਐਗਜਿਸਟ ਕਰਦੀ ਹੈ। ਅਗਰ ਫੰਕਸ਼ਨ ਪੀਸ ਵਾਈਜ਼ ਡਿਫਾਈਨ ਹੈ ਤਾਂ ਲੈਫਟ ਲਿਮਿਟ ਅਤੇ ਰਾਈਟ ਲਿਮਿਟ ਦੋਨੇ ਐਗਜਿਸਟ ਕਰਦੀਆਂ। ਤਾਂ ਤੁਸੀਂ ਜਸਟ ਕੀ ਹੈ, ਕਿਉਂਕਿ ਆਪਾਂ MCQ ਕਰ ਰਹੇ ਹਾਂ, ਕਿਸੇ ਨੂੰ ਸੋਲਵ ਕਰਕੇ ਨਹੀਂ ਦੇਣਾਗਾ। ਸੋ ਤੁਸੀਂ ਇਮੀਡੀਏਟਲੀ ਇਹਦੀ ਲਿਮਿਟ ਸੋਲਵ ਕਰਨੀ ਹੈ ਅਤੇ ਕੋਸ਼ਿਸ਼ ਕਰਨਾ ਤੁਸੀਂ LHospital ਰੂਲ ਲਾਓ। LHospital ਰੂਲ ਅਗਰ ਤੁਹਾਡਾ 0/0 ਦੇ ਵਿੱਚ ਬਣਦਾ ਤਾਂ ਚੁੱਪ ਕਰਕੇ ਉਹਦਾ ਡੈਰੀਵੇਟਿਵ ਲੈ ਲਓ, ਵੈਲਿਊ ਫਿਲ ਕਰ ਦਿਓ। ਜਿਵੇਂ ਹੁਣ ਇੱਥੇ ਤੁਹਾਡੇ ਕੋਲ ਸੀ x² -25 x -5। ਮੈਂ ਲਿਮਿਟ ਨਹੀਂ ਵਗੈਰਾ ਨਹੀਂ ਲਿਖਦਾ ਗਾ, ਤੁਸੀਂ ਇਹ ਨਾ ਕਹੋ ਵੀ ਸਰ ਨੇ ਇੱਥੇ ਗਲਤ ਕਰਾਤਾ। ਜਸਟ ਟੂ ਸੇਵ ਸਪੇਸ ਮੈਂ ਲਿਮਿਟ ਵਾਲਾ ਵਰਡ ਨਹੀਂ ਲਿਖ ਰਿਹਾ। ਤਾਂ ਇੱਥੇ ਇਹਦੀ ਵੈਲਿਊ ਸੀ ਜਿਹੜੀ f5 'ਤੇ ਜਿਹੜੀ ਉਹਦੀ ਵੈਲਿਊ k ਦਿੱਤੀ ਹੋਈ ਸੀ। ਆਹ 0/0 ਫਾਰਮ ਸੀਗੀ, ਅਤੇ ਇੱਥੇ ਉੱਪਰਲੇ ਤੋਂ ਉੱਪਰ ਡੈਰੀਵੇਟਿਵ ਲਿਆ 2x, ਅਤੇ ਨੀਚੇ ਇੱਥੇ 1 ਹੀ ਆ ਗਿਆ। ਅਤੇ ਇੱਥੇ ਤੁਹਾਡੇ ਕੋਲ k ਹੈ, ਅਤੇ x ਦੀ ਵੈਲਿਊ ਆਪਾਂ ਕਿੰਨੇ 'ਤੇ ਲੈਣਾ ਸੀ, 5 'ਤੇ, ਤਾਂ 5 ਫਿਲ ਕਰਤਾ। k ਦੀ ਵੈਲਿਊ ਕਿੰਨੀ ਆ ਗਈ, 10। ਸੋ ਤੁਹਾਡਾ ਆਨਸਰ ਕਿੰਨਾ ਆ ਗਿਆ, this one। ਸੋ ਸਿਮਿਲਰ ਫੇਰ ਉਹਨੇ ਤੁਹਾਨੂੰ ਫੰਕਸ਼ਨ ਕੰਟੀਨਿਊਸ ਐਟ x=1 ਦਿੱਤਾ ਹੋਇਆ, ਤਾਂ ਤੁਸੀਂ ਇਹਦਾ ਡੈਰੀਵੇਟਿਵ ਕੱਢੋ। ਇਹਦਾ ਡੈਰੀਵੇਟਿਵ ਕੱਢਿਆ ਤਾਂ ਇਹ ਬਣ ਗਿਆ 2x -3, ਨੀਚੇ 1 ਆ ਗਿਆ, ਦੂਸਰੇ ਪਾਸੇ k, ਅਤੇ x ਦੀ ਵੈਲਿਊ ਕਿੰਨੀ ਸੀ ਤੁਹਾਡੇ ਕੋਲ, 1 ਸੀ, ਤਾਂ ਫਿਲ ਕਰ ਲਓ 2 -3 = 1, k ਦੀ ਵੈਲਿਊ -1। ਸੋ ਬੇਟਾ ਤੁਹਾਡਾ ਇੱਥੇ ਫਸਟ ਆਨਸਰ ਆ ਗਿਆ। ਉਸ ਤੋਂ ਬਾਅਦ ਅਗੇਨ ਫਿਰ ਉਹੀ ਤੁਹਾਨੂੰ ਕੰਟੀਨਿਊਸ ਦਿੱਤਾ ਹੋਇਆ, ਤੁਹਾਨੂੰ k ਦੀ ਵੈਲਿਊ ਫਿਰ ਪੁੱਛ ਰਿਹਾ। ਤਾਂ ਤੁਹਾਨੂੰ ਦੱਸਿਆ ਸੀ ਪਿਛਲੇ ਲੈਕਚਰਾਂ ਦੇ ਵਿੱਚ ਵੀ ਅਗਰ x ਅਪਰੋਚਸ ਟੂ 0 ਹੋਵੇ, sin α(x)/βx ਦੀ ਜਿਹੜੀ ਲਿਮਿਟ ਹੁੰਦੀ ਹੈ ਦੈਟ ਇਜ਼ α-β, ਅਤੇ ਕਿਉਂਕਿ ਫੰਕਸ਼ਨ ਕੰਟੀਨਿਊਸ ਹੈ ਸੋ ਇਹਦੀ ਵੈਲਿਊ ਕਿੰਨੀ ਆ ਗਈ k ਦੀ, α-β। ਸੋ ਇੱਥੇ ਥੋੜ੍ਹੀ ਜਿਹੀ ਕਰੈਕਸ਼ਨ ਕਰ ਲਓ ਇਸ ਜਗ੍ਹਾ ਦੇ ਉੱਤੇ। ਇਹ ਬੇਸਿਕਲੀ ਕੀ ਹੈ, ਇਹ ਹੈਗਾ ਤੁਹਾਡੇ ਕੋਲ ਪਾਈ -2x। ਸੋ ਤੁਹਾਡੇ ਕੋਲ ਕੀ ਸੀ, p cos x upon ਪਾਈ -2x ਤੋ ਇਜ਼ ਇਕੁਅਲ ਟੂ, ਕਿਉਂਕਿ ਕੰਟੀਨਿਊਸ ਦਿੱਤਾ ਹੋਇਆ, ਸੋ ਕਿਹਦੇ ਇਕੁਅਲ ਹੈ, 3 ਦੇ। ਸੋ ਇੱਥੇ 0/0 ਫਾਰਮ ਸੀਗੀ, ਤਾਂ LHospital ਰੂਲ ਲਾ ਦਿਓ ਲਿਮਿਟ ਸੋਲਵ ਕਰਨ ਵਾਸਤੇ। ਇੱਥੇ ਬਣ ਗਿਆ p -sin x, ਅਤੇ ਇੱਥੇ ਪਾਈ 0 ਹੋ ਗਿਆ, -2 = 3। ਆਹ 3 ਕੈਂਸਲ ਹੋ ਗਿਆ। ਸੋ p sin x = 6। ਤੋ ਵੈਲਿਊ ਕਿੱਥੇ ਦੇਖਣੀ ਸੀ ਆਪਾਂ, x ਦੀ ਵੈਲਿਊ ਕਿੰਨੀ ਦਿੱਤੀ ਸੀ, π/2। ਸੋ π/2 ਇੱਥੇ ਫਿਲ ਕਰ ਦਿਓ, ਤਾਂ sin 91 ਹੁੰਦਾ। ਸੋ p ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ, 6। ਸੋ ਨੈਕਸਟ ਕੁਐਸਚਨ 'ਤੇ ਆ ਜਾਓ ਜੀ। ਰੀਅਲ ਵੈਲਿਊਡ ਫੰਕਸ਼ਨ ਉਹਦੀਆਂ 4 ਆਪਸ਼ਨ ਹੈ। ਕੰਟੀਨਿਊਸ ਐਵਰੀਵੇਅਰ, ਜਿਹੜਾ ਆਪਦੀ ਡੋਮੇਨ 'ਤੇ ਸਾਰੇ 'ਤੇ ਕੰਟੀਨਿਊਸ ਹੈ। ਡਿਸਕੰਟੀਨਿਊਸ, ਕਿਸੇ ਵੀ ਪੁਆਇੰਟ 'ਤੇ ਕੰਟੀਨਿਊਸ ਨਹੀਂ ਹੈਗਾ, ਸਾਰਿਆਂ 'ਤੇ ਡਿਸਕੰਟੀਨਿਊਸ ਹੈ। ਅਤੇ ਕੰਟੀਨਿਊਸ ਐਟ x = 2, ਡਿਸਕੰਟੀਨਿਊ ਐਟ x = 2। ਹੁਣ ਤੁਸੀਂ ਧਿਆਨ ਨਾਲ ਦੇਖੋ, ਇਹ ਹੈਗੀ ਆ ਪੋਲੀਨੋਮਲ। ਐਵਰੀ ਪੋਲੀਨੋਮਲ ਫੰਕਸ਼ਨ ਇਜ਼ ਕੰਟੀਨਿਊਸ। 2 ਤੋਂ ਪਹਿਲਾਂ ਇਹ
हैगा यह कंटीन्यूज़ है, 2 तो बाद भी कंटीन्यूज़ है क्योंकि पॉलीनोमियल है। पर प्रॉब्लम कित्थे हैगी है 2 ਦੇ ਉੱਤੇ। ਤਾਂ ਅਸੀਂ 2 ਤੇ ਕੰਟੀਨਿਊਟੀ ਚੈੱਕ ਕਰਦੇ ਹਾਂ, ਤੇ ਇਹਦੀ ਲੈਫਟ ਹੈਂਡ ਲਿਮਟ मतलब F2 ਦੇ ਉੱਤੇ ਸਾਨੂੰ ਵੈਲੂ ਅਸੀਂ ਚੈੱਕ ਕਰਨੀ ਪੈਣੀ ਹੈ। ਤਾਂ 2 ਤੋਂ ਪਹਿਲਾਂ ਕਿੰਨੀ ਹੈ ਵੈਲੂ ਫਿਲ ਕਰ ਦਿਓ। 2 ਫਿਲ ਕੀਤਾ ਇੱਥੇ 2 × 2 + 3, ਸੋ ਤੁਹਾਡੇ ਕੋਲ ਕਿੰਨਾ ਬਣ ਗਿਆ ਜੀ 4 + 7। ਤੇ ਇਹਦੀ ਹੁਣ ਰਾਈਟ ਹੈਂਡ ਲਿਮਟ ਲੈ ਲਈਏ ਆਪਾਂ, ਮਤਲਬ 2 ਤੋਂ ਪਲੱਸ ਵੈਲੂ ਦੇਖ ਲਈਏ ਕਿੰਨੀ ਹੈ। ਸੋ ਉਹ ਇਹਦੇ ਵਿੱਚ ਫਿਲ ਕਰਾਂਗੇ 2 ਤੋਂ ਜ਼ਿਆਦਾ ਦੇ 2 × 2 -3 4 -3 ਵਿਚ ਇਜ਼ ਕੀ 7 ਤੇ -1 ਇਕੁਅਲ ਨੋ, ਬਿਲਕੁਲ ਬਿਗ ਨੋ। ਇਹਦਾ ਮਤਲਬ ਕੀ ਹੈ ਵੀ ਜਿਹੜਾ ਤੁਹਾਡਾ ਫੰਕਸ਼ਨ ਆ ਉਹ ਡਿਸਕੰਟੀਨਿਊਜ਼ ਹੈ ਐਟ x = 2। ਸੋ ਤੁਹਾਡਾ ਆਨਸਰ ਕਿੰਨਾ ਆ ਗਿਆ ਆਪਸ਼ਨ ਡੀ। ਨੈਕਸਟ ਕੁਐਸਚਨ ਤੇ ਆਓ ਜੀ। ਆਹ ਕੁਐਸਚਨ ਇੱਦਾਂ ਦਾ ਪੇਪਰ ਤੁਹਾਡੇ ਕੋਲੋਂ ਪੁੱਛਿਆ ਜਾ ਸਕਦਾ ਹੈ, ਵਿਚ ਆਫ ਦ ਫੋਲੋਇੰਗ ਫੰਕਸ਼ਨ ਇਜ਼ ਕੰਟੀਨਿਊਸ। ਸੋ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਦੇਖੋ ਜੀ, ਪਹਿਲੀ ਫਸਟ ਐਗਜ਼ਾਮਪਲ ਡਿਸਕਸ ਕਰਦੇ ਹਾਂ। ਇਹਦੇ ਵਿੱਚ ਅਗਰ ਤੁਸੀਂ ਇਹਦੀ ਲੈਫਟ ਲਿਮਟ ਲਾਓਗੇ ਤਾਂ -x/x ਆ -1 ਬਣਨਾ, ਤੇ ਜੇ ਤੁਸੀਂ ਰਾਈਟ ਲਿਮਟ ਲਾਓਗੇ x/x 1 ਬਣਨਾ। ਦੋਨੇ ਇਕੁਅਲ ਨਹੀਂ ਹੈਗੇ, ਤਾਂ ਦੋਨੇ ਇਕੁਅਲ ਇਹ ਨਹੀਂ ਹੈਗੇ, ਤੇ ਜੰਪ ਸਾਈਜ਼ ਕਿੰਨਾ ਇਹ 2 ਹੈ। ਸੋ ਇਹ ਫੰਕਸ਼ਨ ਡਿਸਕੰਟੀਨਿਊਸ ਹੈ ਜੀ। ਤੇ ਡਿਸਕੰਟੀਨਿਊਟੀ ਦੀ ਟਾਈਪ ਕਿਹੜੀ ਹੈ ਫਸਟ ਕਾਈਂਡ ਜਾਂ ਜੰਪ ਡਿਸਕੰਟੀਨਿਊਟੀ। ਸੋ ਇਹ ਸਾਡੀ ਹੋ ਗਈ ਜੀ ਆਪਸ਼ਨ ਜਿਹੜੀ ਡਿਸਕਾਰਡ ਹੋ ਗਈ। ਆਲ ਆਰ ਕੰਟੀਨਿਊਸ ਵਾਲੀ ਫਿਰ ਇਹ ਆਪਸ਼ਨ ਵੀ ਉੱਡ ਗਈ। ਚੌਥੀ ਆਪਸ਼ਨ ਸੀ ਜਿਹੜੀ ਹੁਣ 2.5 ਰਹਿ ਗਈ 2 ਦੇ ਵਿੱਚ। ਤਾਂ ਅਸੀਂ ਗ੍ਰੇਟੈਸਟ ਇੰਟੀਜਰ ਫੰਕਸ਼ਨ ਨੂੰ ਡਿਸਕਸ ਕਰ ਲੈਂਦੇ ਹਾਂ। ਤਾਂ ਇਹਦਾ ਨਾ ਇੱਕ ਯਾਦ ਰੱਖੋ, ਗ੍ਰੇਟੈਸਟ ਇੰਟੀਜਰ ਫੰਕਸ਼ਨ ਹੈ ਜਿਹੜਾ, ਇਹਦੇ ਜਿਹੜੇ ਪੁਆਇੰਟਸ ਆਫ ਕੰਟੀਨਿਊਟੀ ਕੀ ਹੁੰਦੇ ਆ, ਪੂਰਾ ਰੀਅਲ ਨੰਬਰ ਸੈੱਟ ਹੁੰਦਾ ਐਕਸੈਪਟ ਇੰਟੀਜਰਸ, ਹੈ ਨਾ। ਸੋ ਜੇ ਮੈਂ 1 ਤੇ ਦੇਖਾਂ, ਸਪੋਜ਼ ਕਰੋ ਵੀ ਮੈਂ 1 ਤੇ ਇਹਦੀ ਰਾਈਟ ਲਿਮਟ ਦੇਖਾਂ, ਤਾਂ ਇਹਦਾ ਮਤਲਬ ਕੀ ਹੋਊਗਾ ਵੀ 1 + ਸਮਥਿੰਗ h, ਤਾਂ 1 ਤੋਂ ਥੋੜ੍ਹਾ ਜਿਹਾ ਅੱਗੇ ਗਿਆ ਤਾਂ ਇਹਦੀ ਵੈਲੂ 1 ਹੀ ਆ ਗਈ। ਬਟ ਜੇ ਦੀ ਮੈਂ 1 ਤੇ ਲੈਫਟ ਲਿਮਟ ਦੇਖਾਂ ਤਾਂ 1 ਦੇ ਵਿੱਚੋਂ ਥੋੜ੍ਹਾ ਜਿਹਾ ਨਿਕਲ ਗਏ ਤਾਂ ਪੁਆਇੰਟ ਸਪੋਜ਼ ਕਰੋ 0.99 ਹੋ ਗਿਆ, ਤਾਂ ਲੈਫਟ ਹੈਂਡ 'ਤੇ ਆ ਕੇ ਉਹਦੀ ਵੈਲੂ ਕਿੰਨੀ ਹੋ ਜਾਂਦੀ ਹੈ 0। ਦੋਨੇ ਇਕੁਅਲ ਨਹੀਂ ਹੈਗੇ। ਸੋ ਇਹ ਫੰਕਸ਼ਨ ਹੈ ਜਿਹੜਾ ਤੁਹਾਡਾ C ਹੈ, ਜਿਹੜਾ ਇਹ ਵੀ ਆਪਸ਼ਨ ਹੈ ਜਿਹੜੀ ਤੁਹਾਡੀ ਗਲਤ ਹੋ ਗਈ। ਇਹਨੇ ਕਿਹਾ ਸੀਗਾ ਕੰਟੀਨਿਊਸ ਹੈ, ਵੀ ਸੱਚ ਦੈਟ ਆ ਫੰਕਸ਼ਨ ਸੀ। ਸੋ ਇਹ ਫੰਕਸ਼ਨ ਹੈ ਜਿਹੜਾ ਇਹ ਵੀ ਕੰਟੀਨਿਊਸ ਨਹੀਂ ਹੈਗਾ ਗਾ। ਇਹ ਤੁਹਾਡਾ ਫੰਕਸ਼ਨ ਕੀ ਹੈਗਾ ਸੈੱਟ ਆਫ ਰੀਅਲ ਨੰਬਰ 'ਤੇ ਡਿਸਕੰਟੀਨਿਊਸ ਹੈ। ਇਨਫੈਕਟ ਇੰਟੀਜਰ ਪੁਆਇੰਟ 'ਤੇ ਇਹ ਡਿਸਕੰਟੀਨਿਊਸ ਹੁੰਦਾ। ਸੋ ਹੁਣ ਇੱਕੋ ਹੀ ਆਪਸ਼ਨ ਰਹਿ ਗਈ B ਇਹ ਡਿਸਕਸ ਕਰਨ ਵਾਲੀ। ਸੋ ਇਹਦੀ ਜੇ ਤੁਸੀਂ ਇੱਥੇ ਦੇਖੋਗੇ ਇਹਦੀ ਲੈਫਟ ਲਿਮਟ ਲਾਓਗੇ, ਕਿਉਂਕਿ x ਹੈ ਜਿਹੜਾ ਲੈਸ ਦੈਨ 0 ਹੈ, ਤਾਂ ਉਹ -1 ਆ ਜਾਏਗੀ, ਅਤੇ ਗ੍ਰੇਟਰ ਦੈਨ ਇਕੁਅਲ ਤੋਂ ਵੈਸੇ ਹੀ -1 ਦਿੱਤਾ ਹੋਇਆ, ਦੋਨੇ ਇਕੁਅਲ ਹੋ ਗਏ। ਸੋ ਤੁਹਾਡਾ ਆਨਸਰ ਆ ਗਿਆ ਇੱਕੋ ਹੀ ਫੰਕਸ਼ਨ ਕੰਟੀਨਿਊਸ ਹੈ ਜਿਹੜਾ ਆਪਸ਼ਨ B ਦੇ ਵਿੱਚ ਦਿੱਤਾ ਹੋਇਆ ਹੈ। ਨੈਕਸਟ ਕੁਐਸਚਨ ਜੀ, ਇਹ ਫੰਕਸ਼ਨ ਪੀਸ ਵਾਈਜ਼ ਡਿਫਾਈਨ ਆ। ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹਨੂੰ -3 ਤੇ 3 ਇਹ 3 ਹਿੱਸਿਆਂ ਦੇ ਵਿੱਚ ਫੰਕਸ਼ਨ ਅਸੀਂ ਡਿਫਾਈਨ ਕੀਤਾ ਹੋਇਆ। ਸੋ ਫੰਕਸ਼ਨ ਜਿਹੜਾ ਬ੍ਰੇਕ ਹੋ ਰਿਹਾ ਉਹ ਹੋ ਰਿਹਾ -3 ਤੇ 3 ਤੇ। ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਜਿਨ੍ਹਾਂ ਪੁਆਇੰਟਸ ਦੇ ਉੱਤੇ ਫੰਕਸ਼ਨ ਟੁਕੜਿਆਂ 'ਚ ਵੰਡਿਆ ਜਾ ਰਿਹਾ ਹੈ, ਤਾਂ ਉਹ ਜਾਂ ਡੋਮੇਨ ਨੂੰ ਅਸੀਂ ਪਾਰਟਸ ਵਿੱਚ ਕੀਤਾ ਹੋਇਆ, ਤਾਂ ਅਸੀਂ ਜਿੱਥੇ ਜਿੱਥੇ ਹੋ ਰਿਹਾ ਉੱਥੇ ਉੱਥੇ ਚੈੱਕ ਕਰੀਏ। ਸੋ ਸਭ ਤੋਂ ਪਹਿਲਾਂ ਅਸੀਂ -3 ਤੇ ਚੈੱਕ ਕਰਦੇ ਹਾਂ। ਸੋ -3 ਦੇ ਉੱਪਰ ਅਸੀਂ ਲੈਫਟ ਲਿਮਟ ਲਈ। ਸੋ ਉਹ ਕਿੰਨੀ ਬਣ ਗਈ, ਇੱਥੇ ਤੁਸੀਂ -3 ਦਾ ਮੋਡ +3 3 + 3 6 ਆ ਗਿਆ। ਹੁਣ -3 ਦੀ ਰਾਈਟ ਲਿਮਟ ਲਿਖ ਲਈਏ, ਮਤਲਬ -3 ਤੋਂ ਅੱਗੇ ਉਹ ਵੈਲਿਊ ਕਿੰਨੀ ਆ ਗਈ ਸੀ -2 × -3, ਮੈਂ ਸ਼ਾਰਟਕਟ 'ਚ ਹੀ ਕਰ ਰਿਹਾ, ਉਹ ਵੀ 6, ਦੋਨੇ ਇਕੁਅਲ ਆ ਗਏ ਜੀ। ਸੋ ਇਹਦੇ ਉੱਤੇ ਤਾਂ ਫੰਕਸ਼ਨ ਹੈ ਜਿਹੜਾ -3 ਦੇ ਉੱਤੇ ਕੰਟੀਨਿਊਸ ਹੋ ਗਿਆ। ਤਾਂ ਸਾਡੀ ਆਪਸ਼ਨ ਹੈ ਜਿਹੜੀ ਇੱਕ ਆ ਗਈ, ਠੀਕ ਹੈ ਜੀ। ਬਟ ਹੁਣ ਆਪਾਂ 3 ਤੇ ਵੀ ਦੇਖ ਲਈਏ, ਸਪੋਜ਼ ਕਰੋ ਹੁਣ ਅੱਗੇ ਆ ਜੇ 3 ਤੇ ਲੈਫਟ ਲਿਮਟ ਲੈ ਲਈਏ ਜੀ। 3 ਤੇ ਫੰਕਸ਼ਨ ਕਿੰਨਾ ਫਿਰ ਉਹੀ -2 ਹੈ, -2 × 3 -6 ਆ ਗਿਆ। ਅਤੇ ਜੇ ਅਸੀਂ ਦੇਖੀਏ 3 ਦੇ ਉੱਪਰ ਰਾਈਟ ਲਿਮਟ, ਮਤਲਬ 3 ਤੋਂ ਜ਼ਿਆਦਾ ਫੰਕਸ਼ਨ ਦੀ ਵੈਲਿਊ ਕਿੰਨੀ ਹੈ 6 × 3 + 2 ਛੇਤੀ 18 + 2 20, ਮਤਲਬ 20 ਹੋ ਗਿਆ, ਹੈ ਨਾ। ਦੋਨੇ ਇਕੁਅਲ ਨਹੀਂ ਹੈਗੇ ਗੇ। ਸੋ ਇਹ ਫੰਕਸ਼ਨ ਹੈ ਜਿਹੜਾ 3 ਤੇ ਕੰਟੀਨਿਊਸ ਨਹੀਂ ਹੈਗਾ। ਸੋ ਬਾਕੀ ਆਪਸ਼ਨ ਤਾਂ ਆਪਣੇ ਆਪ ਹੀ ਉੱਡ ਗਈਆਂ ਜੀ। ਸੋ ਇਹਦਾ ਆਨਸਰ ਕਿੰਨਾ ਆ ਗਿਆ 8th ਕੁਐਸਚਨ ਦਾ D ਆ ਗਿਆ ਸੀ। ਉਸ ਤੋਂ ਬਾਅਦ ਇੰਪੋਰਟੈਂਟ ਆ ਕੁਐਸਚਨ ਜੀ, ਐਕਸਪੈਕਟਡ ਹੈ ਜੀ, ਇਹ ਪੇਪਰ 'ਚ ਆ ਸਕਦਾ। ਸੋ ਫਿਰ ਉਹਨੇ ਇੱਥੇ ਗੱਲ ਮੁਕਾ ਦਿੱਤੀ ਸ਼ੁਰੂ ਦੇ ਵਿੱਚ ਵੀ ਫੰਕਸ਼ਨ ਤਾਂ ਵੀ ਕੰਟੀਨਿਊਸ ਹੈ। ਉਹਨੇ ਇਹ ਨਹੀਂ ਕਿਹਾ ਵੀ ਕੁਆਂਟੀਟੀ ਚੈੱਕ ਕਰੋ, ਕਹਿੰਦਾ ਫੰਕਸ਼ਨ ਕੰਟੀਨਿਊਸ ਹੈ, ਇਹ ਤੇ B ਦਾ ਰਿਲੇਸ਼ਨ ਫਾਈਂਡ ਆਊਟ ਕਰਨਾ। ਸੋ ਤੁਸੀਂ ਦੇਖੋ ਜੀ, ਇਹਦਾ ਮਤਲਬ ਕੀ ਹੈ ਵੀ ਜਿਹੜੀ ਤੁਹਾਡੀ 3 ਦੀ ਲੈਫਟ ਲਿਮਟ ਅਤੇ 3 ਦੀ ਰਾਈਟ ਲਿਮਟ ਦੋਨੇ ਸੇਮ ਹੋਣੀਆਂ ਚਾਹੀਦੀਆਂ। ਸੋ ਲੈਫਟ ਤੋਂ ਦੇਖ ਲਓ, ਫਿਲ ਕਰ ਦਿਓ ਇੱਥੇ 3A + 1, ਅਤੇ ਰਾਈਟ ਦੇ ਵਿੱਚ ਫਿਲ ਕਰ ਦਿਓ 3B + 3 ਇੱਧਰਲੇ ਪਾਸੇ ਲਿਓ 3A - 3B 3 - 1 2 3 ਕਾਮਨ ਲੈ ਲਓ।
ए माइनस बी इज इक्वल टू 2/3। देखो जी किहड़ी ऑप्शन बन गई जी, सी ऑप्शन बन गई जी, ए माइनस बी इज इक्वल टू 2/3। आ इंपॉर्टेंट है जी, क्वेश्चन नंबर 10 ये भी आ सकता। ਪੁੱਛਿਆ ਕੀ ਗਿਆ, ਫਾਰ ਵਟ ਵੈਲਿਊ ਆਫ ਲੈਮਡਾ ਦਾ ਫੰਕਸ਼ਨ ਡਿਫਾਈਨਡ ਬਾਈ ਦਿਸ ਕੰਟੀਨਿਊਸ ਐਟ x ਇਕੁਅਲ ਟੂ 0। ਸੋ ਸਭ ਤੋਂ ਪਹਿਲਾਂ ਤਾਂ ਅਸੀਂ 0 ਦੇ ਉੱਤੇ ਰਾਈਟ ਲਿਮਟ ਦੇਖੀਏ। ਸੋ ਰਾਈਟ ਲਿਮਟ ਦੇ ਆ ਗਈ ਸਾਡੀ ਰਾਈਟ ਲਿਮਟ, ਇਹ ਕਿੰਨਾ ਬਣ ਗਿਆ ਜੀ 4 × 0 + 1 ਉਹ 1 ਆ ਗਈ। ਅਗਰ ਅਸੀਂ ਉਹਦੀ ਲੈਫਟ ਲਿਮਟ ਦੇਖੀਏ ਤਾਂ ਲੈਮਡਾ ਇੱਦਾਂ ਹੀ ਆ ਗਿਆ ਸੀਗਾ। ਸੋ 0² - 2 × 0 ਲੈਮਡਾ × 0 ਇਜ਼ ਇਕੁਅਲ ਟੂ 0। ਇਹਦਾ ਮਤਲਬ ਕੀ ਹੋਇਆ ਵੀ ਇਹਦੇ ਵਿੱਚ ਲੈਮਡਾ ਦੀ ਵੈਲਿਊ ਜਿਹੜੀ ਮਰਜ਼ੀ ਲਈ ਚੱਲੋ, ਕੋਈ ਫਰਕ ਹੀ ਨਹੀਂ ਪੈਣ ਲੱਗਿਆ। ਲੈਫਟ ਲਿਮਟ ਨੇ ਹਮੇਸ਼ਾ ਹੀ 0 ਆਉਣਾ, ਰਾਈਟ ਲਿਮਟ ਨੇ ਹਮੇਸ਼ਾ ਹੀ 1 ਆਉਣਾ। ਸੋ ਇਹ ਤਾਂ ਫਿਰ ਇੰਡੀਪੈਂਡੈਂਟ ਹੀ ਹੋ ਗਿਆ ਲੈਮਡਾ ਤੋਂ। ਅਤੇ ਆਪਸ਼ਨ ਵਿੱਚ ਕਹਿੰਦੇ ਵੀ ਫਾਰ ਐਨੀ ਵੈਲਿਊ, ਨਹੀਂ ਜੀ ਕਿਸੇ ਵੀ ਵੈਲਿਊ ਲਈ, ਇਹ ਤਾਂ ਹੋ ਹੀ ਨਹੀਂ ਰਿਹਾ ਨਾ, ਕੰਟੀਨਿਊਸ ਹੈ ਹੀ ਨਹੀਂ ਇਹ। ਜੇ ਲੈਮਡਾ 0 ਲਾ ਲੈਂਦੇ ਹੋ ਕੀ ਫਰਕ ਪੈਂਦਾ, ਫਿਰ ਫੰਕਸ਼ਨ ਡਿਸਕੰਟੀਨਿਊਸ ਰਹੂਗਾ। -1 ਲਈ ਵੀ ਡਿਸਕੰਟੀਨਿਊਸ ਰਹੂਗਾ। ਨਨ ਆਫ ਦੀਜ਼, ਇਹ ਕਿਸੇ ਵੀ ਵੈਲਿਊ ਲਈ ਲੈਮਡਾ ਦੀ ਕੰਟੀਨਿਊਸ ਨਹੀਂ ਹੈਗਾ ਗਾ। ਸੋ ਨੈਕਸਟ ਕੁਐਸਚਨ ਹੈ ਜੀ, ਪਹਿਲਾਂ ਤਾਂ ਇੱਕ ਯਾਦ ਗੱਲ ਕਰੋ, ਇੱਕ ਸਾਡੇ ਕੋਲ ਟੌਪਿਕ ਆਉਂਦਾ ਹੁੰਦਾ ਅਲਜਬਰਾ ਆਫ ਕੰਟੀਨਿਊਸ ਫੰਕਸ਼ਨਸ। ਅਲਜਬਰਾ ਆਫ ਕੰਟੀਨਿਊਸ ਫੰਕਸ਼ਨਸ, ਅਲਜਬਰਾ ਆਫ ਕੰਟੀਨਿਊਸ ਫੰਕਸ਼ਨ ਦਾ ਮਤਲਬ ਕੀ ਹੈ ਵੀ ਅਗਰ ਕੋਈ ਫੰਕਸ਼ਨ 2 ਸਪੋਜ਼ ਕਰੋ ਵੀ ਐਫ ਅਤੇ ਜੀ ਆਰ ਕੰਟੀਨਿਊਸ ਹੈ ਨਾ, ਕੰਟੀਨਿਊਸ ਫੰਕਸ਼ਨ ਹੈ, ਫੰਕਸ਼ਨਸ ਕੰਟੀਨਿਊਸ ਫੰਕਸ਼ਨਸ ਆਪਦੀਆਂ ਡੋਮੇਨ ਦੇ ਵਿੱਚ, ਠੀਕ ਹੈ ਜੀ। ਸੋ ਫਿਰ ਜਿਹੜੀ ਇਹਨਾਂ ਦੀ ਜਦੋਂ ਦੋ ਅਸੀਂ ਸਮ ਜਾਂ ਉਹਨਾਂ ਦਾ ਸਮ ਲੈਂਦੇ ਜਾਂ ਡਿਫਰੈਂਸ ਲੈਂਦੇ ਹਾਂ ਤਾਂ ਫਿਰ ਉਹਨਾਂ ਦੀ ਜਿਹੜੀ ਡੋਮੇਨ ਦੀ ਇੰਟਰਸੈਕਸ਼ਨ ਲੈ ਲੈਂਦੇ ਜਿੱਥੇ ਦੋਨੇ ਐਗਰੀ ਕਰਦੇ ਆ। ਚਲੋ ਇੱਕ ਥੋੜ੍ਹਾ ਜਿਹਾ ਅਲੱਗ ਇਸ਼ੂ ਆ। ਤਾਂ ਸਾਡੇ ਕੋਲ ਰਿਜ਼ਲਟ ਹੈ ਵੀ ਅਗਰ ਦੋ ਫੰਕਸ਼ਨ ਕੰਟੀਨਿਊਸ ਆ ਤਾਂ ਉਹਨਾਂ ਦਾ ਸਮ ਵੀ ਕੰਟੀਨਿਊਸ ਹੈ, ਉਹਨਾਂ ਦੀ ਪ੍ਰੋਡਕਟ ਵੀ ਕੰਟੀਨਿਊਸ ਆ, ਬਾਕੀ ਕੰਡੀਸ਼ਨ ਰਮੇਨ ਸੇਮ। ਅਤੇ F/G ਬਸ ਜਿਹੜਾ ਤੁਹਾਡਾ ਹੈਗਾ ਜੀ ਹੈ ਜਿਹੜਾ ਉਹ ਕਿਸੇ ਪੁਆਇੰਟ ਦੇ ਉੱਤੇ ਨਾਨ ਜ਼ੀਰੋ ਉਹ ਹੋਣਾ ਚਾਹੀਦਾ, ਮਤਲਬ ਜ਼ੀਰੋ ਨਹੀਂ ਹੋਣਾ ਚਾਹੀਦਾ। ਤਾਂ ਇਹ ਵੀ ਕੀ ਹੁੰਦਾ, ਕੰਟੀਨਿਊਸ ਹੁੰਦਾ। ਸੋ ਇੱਥੇ ਸਾਡੇ ਕੋਲ 3 ਕੰਡੀਸ਼ਨ ਸੀ, sin x ਇਜ਼ ਅ ਕੰਟੀਨਿਊਸ ਫੰਕਸ਼ਨ, cos x ਇਜ਼ ਅ ਕੰਟੀਨਿਊਸ ਫੰਕਸ਼ਨ, ਬਾਈ ਅਲਜਬਰਾ ਆਫ ਕੰਟੀਨਿਊਸ ਫੰਕਸ਼ਨ sin x plus cos x ਕੰਟੀਨਿਊਸ, ਡਿਫਰੈਂਸ ਕੰਟੀਨਿਊਸ, ਪ੍ਰੋਡਕਟ ਕੰਟੀਨਿਊਸ। ਸੋ ਆਲ ਆਰ ਕੰਟੀਨਿਊਸ। ਉਸ ਤੋਂ ਬਾਅਦ ਜੀ ਕੁਐਸਚਨ ਨੰਬਰ 12। ਕੁਐਸਚਨ ਨੰਬਰ 12 ਦੇ ਵਿੱਚ ਇੱਕ ਲਿਮਟ ਦਾ ਅਸੀਂ ਰਿਜ਼ਲਟ ਯੂਜ਼ ਕਰਾਂਗੇ। ਉਹ ਇੱਦਾਂ ਹੈ ਵੀ ਸਪੋਜ਼ ਕਰੋ ਵੀ ਤੁਹਾਡੇ ਕੋਲ ਇੱਕ ਫੰਕਸ਼ਨ ਹੈ AX, ਤਾਂ ਲਿਮਟ x ਅਪਰੋਚਸ ਟੂ C, ਸਪੋਜ਼ ਕਰੋ ਵੀ AX ਜਿਹੜੀ ਹੈਗੀ ਆ ਉਹ 0 ਹੈ। ਅਤੇ ਉਸ ਤੋਂ ਬਿਨਾਂ ਹੁਣ ਦੇਖੋ x ਅਪਰੋਚ ਟੂ C ਦਾ ਮਤਲਬ ਕੀ ਹੁੰਦਾ ਵੀ ਕੋਈ ਨਾ ਕੋਈ C ਦਾ ਨੇਬਰਹੁੱਡ ਵੀ ਹੈਗਾ ਹੈ ਨਾ, ਇੱਦਾਂ ਲਿਖ ਲਈਦਾ ਹੁੰਦਾ C ਮਾਈਨਸ ਡੈਲਟਾ ਐਂਡ C ਪਲੱਸ ਡੈਲਟਾ। ਚਲੋ ਛੱਡੋ ਨੇਬਰਹੁੱਡ ਨੂੰ। ਤਾਂ ਇੱਕ ਉਹ ਜਿਹੜਾ ਦੂਸਰਾ ਫੰਕਸ਼ਨ ਹੈ ਉਹ ਬਾਊਂਡਡ ਹੈ। ਬਾਊਂਡਡ ਦਾ ਮਤਲਬ ਹੈ ਵੀ ਉਹਦੀ ਇੱਕ ਸਮਾਲੈਸਟ ਵੈਲਿਊ ਹੈ, ਇੱਕ ਉਹਦੀ ਮਿਨੀਮਮ ਵੈਲਿਊ ਅਤੇ ਮੈਕਸੀਮਮ ਵੈਲਿਊ ਹੈ। ਫਾਰ ਐਵਰੀ x ਬਿਲੋਂਗਸ ਟੂ ਨੇਬਰਹੁੱਡ NBD, ਨੇਬਰਹੁੱਡ ਆਫ C। ਅਗਰ ਦੋ ਕੰਡੀਸ਼ਨਸ ਹੈ, ਇੱਕ ਦੀ ਲਿਮਟ 0 ਹੈ, ਦੂਜਾ ਬਾਊਂਡਡ ਹੈ, ਤਾਂ ਦੈਨ ਉਸ ਫੰਕਸ਼ਨ ਦੀ ਜਿਹੜੀ ਲਿਮਟ ਹੋਊਗੀ ਉਹਨਾਂ ਦੀ ਪ੍ਰੋਡਕਟ ਦੀ ਦੈਟ ਵਿਲ ਬੀ 0। ਇਹ ਸੋਚਣ ਵਾਲੀ ਗੱਲ ਹੈ। ਸੋ ਹੁਣ ਕਿਉਂਕਿ ਇਹ ਫੰਕਸ਼ਨ ਉਹਨੇ ਸਾਨੂੰ ਕੰਟੀਨਿਊਸ ਦਿੱਤਾ ਹੋਇਆ, ਕੰਟੀਨਿਊਸ ਹੋਣ ਕਰਕੇ ਇਹਦੀ ਜਿਹੜੀ ਲਿਮਟ x ਅਪਰੋਚਸ ਟੂ 0, Fx ਇਜ਼ ਇਕੁਅਲ ਟੂ FC, FC ਇਜ਼ ਇਕੁਅਲ ਟੂ K। ਹੁਣ ਤੁਸੀਂ ਦੇਖੋ x² ਜਦੋਂ x 0 ਨੂੰ ਜਾਊਗਾ ਤਾਂ ਇਹਨੇ 0 ਨੂੰ ਚਲਾ ਜਾਣਾ, ਅਤੇ ਜਿਹੜਾ sin x ਹੈ ਇਹਦਾ ਬਾਊਂਡਡ ਫੰਕਸ਼ਨ ਹੁੰਦਾ -1 ਅਤੇ 1। ਤਾਂ ਮੇਰਾ ਜਿਹੜਾ ਰਿਜ਼ਲਟ ਉਹਦੀਆਂ ਦੋਵੇਂ ਕੰਡੀਸ਼ਨ ਸੈਟਿਸਫਾਈ ਹੋ ਗਈਆਂ। ਸੋ ਉਹ ਆਹ ਜਿਹੜੀ ਲਿਮਟ ਹੈਗੀ ਆ ਆਹ ਵਾਲੀ, ਇਹ ਲਿਮਟ ਹੋ ਗਈ 0। ਅਤੇ ਕਿਹਦੇ ਕੋਲ ਹੋ ਗਈ ਫਿਰ ਇਹ K ਦੇ, ਤਾਂ K ਦੀ ਵੈਲਿਊ ਕਿੰਨੀ ਆ ਗਈ 0। ਨੈਕਸਟ ਕੁਐਸਚਨ 'ਤੇ ਆਓ ਜੀ। ਫੰਕਸ਼ਨ ਫਿਰ ਕੰਟੀਨਿਊਸ ਦਿੱਤਾ ਹੋਇਆ ਹੈ ਜੀ, ਤਾਂ ਉਹਦੀ ਜਿਹੜੀ ਤੁਹਾਡੀ ਲੈਫਟ ਲਿਮਟ ਹੈ ਅਤੇ ਉਹਦੀ ਜਿਹੜੀ ਰਾਈਟ ਲਿਮਟ ਆ ਦੋਨੇ ਸੇਮ ਹੋਣੀਆਂ ਚਾਹੀਦੀਆਂ ਕਿਉਂਕਿ ਫੰਕਸ਼ਨ ਕੰਟੀਨਿਊਸ ਹੈ। ਤਾਂ ਤੁਸੀਂ ਇੱਥੇ ਫਿਲ ਕਰੋ ਲੈਫਟ ਲਿਮਟ ਦੇ ਉੱਤੇ, ਤਾਂ K 4 ਇੱਥੇ ਫਿਲ ਕੀਤਾ ਤਾਂ 3 ਸੀਗਾ। ਸੋ K ਦੀ ਵੈਲਿਊ ਕਿੰਨੀ ਆ ਗਈ 3/4। ਸੋ ਤੁਹਾਡਾ ਆਨਸਰ ਕਿੰਨਾ ਹੋ ਗਿਆ ਜੀ, ਆਪਸ਼ਨ A ਹੋ ਗਈ ਜੀ। ਸੋ ਅੱਗੇ ਦੀ ਅੱਗੇ ਫਿਰ ਆਓ ਜੀ। ਫਿਰ ਉਹੀ ਗੱਲ, ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਾ ਹੀ ਮਿਲਣਾ। ਫੰਕਸ਼ਨ ਕੰਟੀਨਿਊਸ ਹੈ ਕਿੱਥੇ, ਪਾਈ 'ਤੇ ਜੀ। ਤਾਂ ਫਿਰ ਉਹੀ ਉਹਦੀ ਲੈਫਟ ਲਿਮਟ ਅਤੇ ਉਹਦੀ ਰਾਈਟ ਲਿਮਟ ਦੋਨੇ ਕੀ ਹੋਣੀਆਂ ਚਾਹੀਦੀਆਂ, ਸੇਮ। ਤੋਂ ਲੈਫਟ ਲਿਮਟ ਲਈ K π+1 ਅਤੇ ਜਿਹੜੀ ਉਹਦੀ ਰਾਈਟ ਲਿਮਟ ਆ ਉਹ cos π ਵਿਚ ਇਜ਼ ਇਕੁਅਲ ਟੂ -1। ਸੋ K ਇਜ਼ ਇਕੁਅਲ ਟੂ -2/π। ਸੋ ਯੂਰ ਰਾਈਟ ਆਨਸਰ ਇਜ਼ ਆਪਸ਼ਨ A। ਸੋ ਨਾਓ ਕਮ ਟੂ ਦ ਨੈਕਸਟ ਕੁਐਸਚਨ। ਸੋ ਫਿਰ ਫੰਕਸ਼ਨ ਕੰਟੀਨਿਊਸ ਦਿੱਤਾ ਜੀ। ਸੋ ਉਹਦੀ ਲੈਫਟ ਲਿਮਟ ਇੱਥੋਂ ਮੈਂ ਡਾਇਰੈਕਟਲੀ ਫਿਲ ਕਰ ਦੇਣਾ ਜੀ, 5 ਦੀ ਲੈਫਟ ਲਿਮਟ ਅਤੇ 5 ਤੇ ਉਹਦੀ ਰਾਈਟ ਲਿਮਟ। ਲੈਫਟ ਲਿਮਟ 'ਤੇ ਉਹਦੀ ਵੈਲਿਊ ਕਿੰਨੀ ਹੈ ਜੀ K 5 + 1 ਅਤੇ ਉਹਦੀ ਰਾਈਟ ਕਿੰਨੀ ਹੈ ਜੀ 3 × 5 - 5
15 माइनस 5 इज इक्वल टू 10। सो 5k इज इक्वल टू 9, तो k की वैल्यू आ गई जी 9/5। सो तुहाडा करैक्ट आंसर जिहड़ा आ गया जी वो आ गया ऑप्शन ए। नाउ कम टू द नैक्सट क्वेश्चन। फिर तुहाडे कोल एक तुहानूं होर रिजल्ट रिमाइंड कराउने आ। अगर तुहाडे कोल दो फंक्शन है, एक f है g, बोथ आर कंटीन्यूस, तो देन देयर कंपोजिशन FOG और GOF विल बी कंटीन्यूस। सो इन दी लैंग्वेज की होंदी है भी composition of two continuous functions is continuous। सो जे मान लो हम असीं पहले फंक्शन की गल कर लीए, मैं एक दी एग्जाम्पल दूंगा। सपोज करो भी मैं ले लिया AX इज इक्वल टू, एक ले लेना मैं cos x ते एक BX ले लेना मैं x स्क्वेयर। सो मैं AOBX लवां तो एक ही बनना सीगा जी ABX, इत्थे x स्क्वेयर आ जाना सीगा जी, तो उन्हें बन जाना सी cos x स्क्वेयर। हुण तुसीं ध्यान दिओ, आ फंक्शन being a trigonometric function is continuous, bx is equal to x square, being a polynomial function is continuous, and AOB is their composition. So by this result, so cos x square is continuous. So by similar argument ਤੁਸੀਂ ਇਹਨ ਇਹ ਵੀ ਕੀ ਹੈ ਜਿਹੜਾ B ਆਪਸ਼ਨ ਇਹ ਕੰਟੀਨਿਊਸ ਹੋ ਗਿਆ ਜੀ। ਜਿਹੜੀ ਆਪਸ਼ਨ B ਹੈ ਇਹ ਵੀ ਦੋ ਫੰਕਸ਼ਨਾਂ ਦੀ ਕੰਪੋਜੀਸ਼ਨ ਹੈ, ਕਿਹਦੀ, ਇੱਕ ਮੋਡੂਲਸ ਦੀ, ਇੱਕ ਕੌਸ ਦੀ, ਇਹ ਵੀ ਕੰਟੀਨਿਊਸ। ਤੇ ਤੀਸਰਾ ਫੰਕਸ਼ਨ ਹੈ ਇਹ ਵੀ ਕੰਪੋਜੀਸ਼ਨ ਆ ਦੋ ਫੰਕਸ਼ਨਾਂ ਦੀ, ਇੱਕ ਸਾਈਨ ਦੀ, ਇੱਕ ਮੋਡੂਲਸ ਦੀ, ਇਹ ਵੀ ਕੰਟੀਨਿਊਸ। ਸੋ ਸਾਰੇ ਦੇ ਸਾਰੇ ਹੀ ਕੀ ਹੈਗੇ ਇਹਦੇ ਵਿੱਚ ਜੀ ਕੰਟੀਨਿਊਸ ਹੈਗੇ ਆ। ਸੋ ਨੈਕਸਟ ਆਓ ਜੀ ਕੁਐਸਚਨ, ਫਿਰ ਉਹੀ ਹੈ ਬਹੁਤ ਸੋਹਣਾ ਦਿੱਤਾ ਹੋਇਆ ਵੀ ਤੁਹਾਨੂੰ ਫੰਕਸ਼ਨ ਦਿੱਤਾ ਹੋਇਆ ਪੀਸ ਵਾਈਜ਼ ਡਿਫਾਈਨ, ਤੇ ਦੋ ਪੁਆਇੰਟ ਹੈਗੇ ਜਿਨ੍ਹਾਂ ਦੇ ਉੱਤੇ ਫੰਕਸ਼ਨ ਹੋ ਰਿਹਾ ਬ੍ਰੇਕ, ਇੱਕ 2 ਹੈ ਤੇ ਇੱਕ 10 ਹੈ। ਤਾਂ ਅਸੀਂ ਕੀ ਦੇਖਦੇ ਹਾਂ ਜੀ, ਪਹਿਲਾਂ ਤੁਸੀਂ 2 ਦੀ ਲੈਫਟ ਲਿਮਟ ਤੇ 2 ਦੀ ਰਾਈਟ ਲਿਮਟ, ਤੇ ਉਸ ਤੋਂ ਬਾਅਦ 10 ਦੀ ਰਾਈਟ ਲਿਮਟ ਤੇ 10 ਦੀ ਲੈਫਟ ਲਿਮਟ, ਦੋਨੇ ਵੈਲਿਊਜ਼ ਫਿਲ ਕਰ ਦਿਓ ਜੀ। ਇੱਥੇ ਆ ਜਾਓ, ਜਦੋਂ ਤੁਸੀਂ ਇੱਦਾਂ, ਜਦੋਂ ਤੁਸੀਂ ਇਹਦੇ ਵਿੱਚ ਅੱਜ 2 ਦੀ ਤੁਸੀਂ ਰਾਈਟ ਲਿਮਟ ਲਾਓਗੇ ਜੀ, ਹਾਂਜੀ 2 ਤੇ ਰਾਈਟ ਲਿਮਟ ਜਦੋਂ ਤੁਸੀਂ ਲਾਓਗੇ ਤਾਂ ਇਹਦੀ ਵੈਲਿਊ ਆ ਜਾਣੀ ਹੈ ਜੀ 2a + b, ਤੇ ਤੁਸੀਂ ਲੈਫਟ ਲਿਮਟ ਲਾਓਗੇ 2 ਦੀ ਤਾਂ ਉਹਦੀ ਵੈਲਿਊ ਇੱਥੇ ਸੀਗੀ 5 ਸੀ। ਇਸੇ ਤਰ੍ਹਾਂ ਜੇ ਤੁਸੀਂ 10 ਦੀ ਰਾਈਟ ਲਿਮਟ ਲਈ ਤਾਂ ਉਹ ਤੁਹਾਡੇ ਕੋਲ ਆ ਗਈ ਜੀ 21, ਤੇ ਜਦੋਂ ਤੁਸੀਂ 10 ਦੀ ਲੈਫਟ ਲਿਮਟ ਲਈ ਤਾਂ ਉਹ ਬਣ ਗਈ ਜੀ ਤੁਹਾਡੇ ਕੋਲ 10a + b। ਸੋ ਕੀ ਹੋ ਗਿਆ ਜੀ, ਥੋੜ੍ਹਾ ਜਿਹਾ ਸੈੱਟ ਕਰਕੇ ਲਿਖ ਲਓ, 2a + b = 5, 10a + b = 21। ਕਾਲ ਇਟ ਨੰਬਰ 1, ਕਾਲ ਇਟ ਨੰਬਰ 2। 2 ਦੇ ਵਿੱਚੋਂ 1 ਨੂੰ ਸਬਟਰੈਕਟ ਕਰ ਲਓ, ਇਹ ਕੀ ਰਹਿ ਗਿਆ 8a, ਇੱਥੇ ਰਹਿ ਗਿਆ 16, ਸੌਰੀ ਜੀ ਇੱਥੋਂ ਕੈਂਸਲ ਕਰ ਦਿਓ ਜੀ। ਸੋ a ਦੀ ਵੈਲਿਊ ਤੁਹਾਡੇ ਕੋਲ ਆ ਗਈ 2, ਤਾਂ ਇਹਦੇ ਕਿਸੇ ਵੀ ਰਿਲੇਸ਼ਨ ਦੇ ਵਿੱਚ ਫਿਲ ਕਰ ਦਿਓ, ਇਹਦੇ ਵਿੱਚ ਫਿਲ ਕਰ ਦਿਓ ਤਾਂ 4 + b = 5, ਤਾਂ b ਦੀ ਵੈਲਿਊ ਆ ਗਈ 1। ਸੋ a ਦੀ ਵੈਲਿਊ ਸੀ ਤੁਹਾਡੇ ਕੋਲ 2, b ਦੀ ਵੈਲਿਊ 1। ਸੋ ਤੁਹਾਡੇ ਕੋਲ ਆਨਸਰ ਕਿਹੜਾ ਆ ਗਿਆ ਜੀ, ਫਸਟ ਆਪਸ਼ਨ ਆ ਗਈ ਜੀ। ਕਮ ਟੂ ਦ ਨੈਕਸਟ ਕੁਐਸਚਨ ਸੀ। ਸੋ ਆਪਾਂ ਇਹਦੇ ਨਾਲ ਦਾ ਪਹਿਲਾਂ ਵੀ ਕੁਐਸਚਨ ਕਰਕੇ ਆਏ ਸੀ ਵੀ ਕੰਪੋਜੀਸ਼ਨ ਆਫ 2 ਕੰਟੀਨਿਊਸ ਮੈਪ ਇਜ਼ ਕੰਟੀਨਿਊਸ। tan x ਤਾਂ ਵੈਸੇ ਕੰਟੀਨਿਊਸ ਹੁੰਦਾ ਆਪਣੀ ਡੋਮੇਨ ਦੇ ਵਿੱਚ, ਇੱਥੇ ਵਰਡ ਲਿਖਿਆ ਹੋਇਆ ਆਪਣੀ ਡੋਮੇਨ ਦੇ ਵਿੱਚ। ਸੋ ਆ ਵੀ ਤੁਹਾਡਾ ਕੰਟੀਨਿਊਸ, ਆ ਵੀ ਕੰਟੀਨਿਊਸ ਆ ਜੀ। ਅਤੇ ਇਹਦੇ ਲਈ ਵੀ ਤੁਸੀਂ ਦੋ ਲੈ ਸਕਦੇ ਹੋ। ਸਪੋਜ਼ ਕਰੋ ਵੀ ਤੁਸੀਂ GX ਇਹਦਾ ਲੈ ਲੈਂਦੇ ਹੋ 1 - x + ਮੋਡੂਲਸ x, ਅਤੇ HX ਲੈ ਲੈਂਦੇ ਹੋ ਤੁਸੀਂ ਪੂਰੇ ਦਾ x ਦਾ ਮੋਡੂਲਸ। ਹੁਣ ਜਦੋਂ ਤੁਸੀਂ H(GX) ਲਾਓਗੇ ਤਾਂ ਤੁਹਾਡੇ ਕੋਲ ਜਿਹੜਾ ਰਿਕੁਆਇਰਡ ਫੰਕਸ਼ਨ ਹੈ 1 - x + x ਮੋਡ ਆ ਬਣੇਗਾ। ਸੋ ਬਾਈ ਜਬਰਾ ਬਾਈ ਕੰਪੋਜੀਸ਼ਨ ਆਫ 2 ਕੰਟੀਨਿਊਸ ਮੈਪਸ ਇਜ਼ ਕੰਟੀਨਿਊਸ। ਸੋ ਤੁਹਾਡਾ ਕੁਐਸਚਨ ਨੰਬਰ ਹੈ ਇਹ ਸਾਰਾ ਦਾ ਸਾਰਾ ਹੋ ਗਿਆ ਜੀ। ਸੋ ਆਪਾਂ ਸੈਵਰਲ ਟਾਈਮ ਡਿਸਕਸ ਕਰ ਰਹੇ ਹਾਂ ਵੀ ਜਿਹੜਾ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਹੁੰਦਾ ਇਹਦੇ ਜਿਹੜੇ ਪੁਆਇੰਟਸ ਆਫ ਡਿਸਕੰਟੀਨਿਊਟੀ ਹੁੰਦੇ ਆ ਉਹ ਇੰਟੀਜ਼ਰਸ ਹੁੰਦੇ ਆ। ਤਾਂ ਇਹ ਇੱਦਾਂ ਹੀ ਹੋ ਗਿਆ ਜੀ। ਉਸ ਤੋਂ ਬਾਅਦ ਇੱਕ ਵੈਸੇ ਕੁਐਸਚਨ ਤੁਹਾਨੂੰ ਰਿਮਾਈਂਡ ਕਰਾਉਣ ਵਾਸਤੇ ਪਾਤੇ ਕਾਫੀ ਸਾਰੇ ਪੁਆਇੰਟਸ ਇੱਥੇ ਲਿਖੇ ਹੋਏ ਆ। ਐਵਰੀ ਰੈਸ਼ਨਲ ਫੰਕਸ਼ਨ ਇਜ਼ ਕੰਟੀਨਿਊਸ, ਐਵਰੀ ਪੋਲੀਨੋਮੀਅਲ ਫੰਕਸ਼ਨ ਇਜ਼ ਕੰਟੀਨਿਊਸ, ਐਵਰੀ ਕੌਂਸਟੈਂਟ ਫੰਕਸ਼ਨ ਇਜ਼ ਕੰਟੀਨਿਊਸ, ਕੰਪੋਜੀਸ਼ਨ ਆਫ 2 ਕੰਟੀਨਿਊਸ ਫੰਕਸ਼ਨ ਇਜ਼ ਕੰਟੀਨਿਊਸ, ਮੋਡੂਲਸ ਫੰਕਸ਼ਨ ਇਜ਼ ਕੰਟੀਨਿਊਸ। ਇਹਨੂੰ ਯਾਦ ਰੱਖਣਾ, ਇਹ ਡਿਫਰੈਂਸ਼ੀਏਬਲ ਨਹੀਂ ਹੁੰਦਾ ਗਾ, ਅੱਗੇ ਜਾ ਕੇ ਆਊਗਾ। ਉਸ ਤੋਂ ਬਾਅਦ ਗ੍ਰੇਟੈਸਟ ਇੰਟੀਜ਼ਰ ਫੰਕਸ਼ਨ ਇਜ਼ ਕੰਟੀਨਿਊਸ, ਇਹ ਗੱਲ ਗਲਤ ਹੈ ਜੀ। ਇਹ ਸਿਰਫ ਅਤੇ ਸਿਰਫ R - Z 'ਤੇ ਹੁੰਦਾ, ਇੰਟੀਜ਼ਰ ਨਹੀਂ ਹੋਣੇ ਚਾਹੀਦੇ ਜੀ।
ਸੋ ਇਹਦੇ ਵਿੱਚ ਜਿਹੜੀ ਆਪਸ਼ਨ ਆ ਵੀ ਉੱਡ ਗਈ ਆ ਵੀ ਉੱਡ ਗਈ ਜੀ, ਇਹਦੇ ਵਿੱਚ ਆਹੀ ਆਪਸ਼ਨ ਹੈ ਕਿ ਜਿਹੜੀ ਸਹੀ ਹੈਗੀ ਹੈ ਜੀ। ਸੋ ਇਹ ਸੀਗੇ ਜੀ ਸਾਡਾ ਅੱਜ ਦਾ ਟੌਪਿਕ ਕੰਟੀਨਿਊਟੀ। ਸੋ ਥੈਂਕਸ ਫॉर ਵਾਚਿੰਗ ਬੇਟਾ, ਮਿਲਦੇ ਆ ਫਿਰ ਆਪਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਜੀ।